ਮਨ ਮੁਖ ਲਹਿਰੇ ਕਰ ਤਜੇ ਬਕੂਚੈ ਮਨ ਮੁਖ ਲਹਿਰੇ ਕਰ ਤਜੇ ਬਕੂਚੈ ਮਨ ਮੁਖ ਲਹਿਰੇ ਕਰ ਤਜੇ ਬਕੂਚੈ ਮਨ ਮੁਖ ਲਹਿਰੇ ਕਰ ਤਜੇ आवरा के कार हीरा आवरा के कार हीरा मन मुख लहरे कार तजे बकूचै मन मुख लहरे कार तजे बकूचै आवरा के कार हीरा आवरा के कार हीरा ग्रह धर्म गवाए सतगुर ना पीत ग्रह धर्म गवाए सतगुर ना पीत दुर्मते पाठ पढ़े थाका ते संतर भावे पाठ पढ़े थाका पाठ पढ़े थाका पाठ पढ़े थाका हे तृष्णा होए बधीरे हे तृष्णा शब्द नाचीने काजी पिंडी शब्द नाचीने काजी पिंडी शब्द नाचीने काजी पिंडी शब्द नाचीने उदर पारे जैसे ढोरे उदर पारे जैसे टोरा है उदर पारा जैसे टोरा है उदर पारा जैसे टोरा पापा रवत रवै सन्यासी शब्दे ठीक लागी गुर कै शब्दे ठीक लागी तेरे नामे रते त्रिपतासी तेरे नामे रते त्रिपतासी तेरा नामे रते त्रिपतासी रहाओ तेरा नाम रते त्रिपतासी तेरा नाम रते त्रिपतासी बाबा ऐसी रवत रवै सन्यासी बाबा ऐसी रवत रवै शब्दे ठीक लागी गुर कै शब्दे ठीक लागी तेरा नाम रते त्रिपतासी
ਚੌਂਕੀ ਜੋ ਅਸੀਂ ਅਮਰੀਕਾ 'ਚ ਲਾਈ ਉਹ 'ਚ ਚੱਲਦਾ ਰੱਖਿਆ ਸੀ। ਔਰ ਅਸੀਂ ਇੱਕ ਪੂਣੀ ਦਾ ਤੰਦ ਕੱਤੀ ਆ ਰਹੇ ਹਾਂ। ਵਿਸ਼ਾ ਬੜਾ ਬਰੀਕ ਹੈ, ਉਹਨੂੰ ਗੁਰਬਾਣੀ ਰਾਹੀਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਾਬਾ ਨਾਨਕ ਦੁਨੀਆ 'ਤੇ ਕਿਉਂ ਆਇਆ। ਗੁਰੂ ਬਾਬੇ ਨਾਨਕ ਦਾ ਐਡਾ ਗਿਆਨ, ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਸ਼ਬਦ ਤੁਹਾਡੇ ਹੱਥਾਂ 'ਚ ਦਰਸ਼ਨ ਕਰ ਰਹੇ ਹੋ। ਔਰ ਇਸ ਸ਼ਬਦ ਦਾ ਪੰਨਾ ਹੈ 1012 1012 ਅਤੇ 1013 ਪੰਨੇ ਦੇ ਉੱਤੇ ਮਾਰੂ ਮਹੱਲਾ ਪਹਿਲਾ ਹੈ। ਔਰ ਗੁਰੂ ਬਾਬੇ ਨਾਨਕ ਦਾ ਸ਼ਬਦ ਹੈ, ਮਹੱਲਾ ਪਹਿਲਾ ਹੈ। ਔਰ ਅਸੀਂ ਉਹਦੀ ਤੁਕ ਰਹਾਉ ਤੱਕ ਗਾਵੀ ਹੈ। ਉਤਲੀਆਂ ਰਹਾਉ ਤੋਂ ਪਹਿਲੀਆਂ ਤੁਕਾਂ ਜਿਹੜੀਆਂ ਉਹ ਸਾਨੂੰ ਐਸਾ ਮਾਰਗ ਜਿਨ੍ਹਾਂ ਨਾਲ ਫੜਿਆ ਸੀ, ਜਿਹਨੂੰ ਸੋਧਣ ਲਈ ਹੀ ਬਾਬਾ ਇਹ ਭਗਤੀ ਮਾਰਗ ਦੇ ਸ਼ਬਦ ਲੈ ਕੇ ਆਇਆ ਕਿ ਤੂੰ ਸੰਨਿਆਸੀ ਬਣੇ ਹੋ, ਤੁਸੀਂ ਕੀ ਕਰ ਰਹੇ ਹੋ। ਘਰ-ਬਾਰ ਛੱਡ ਦਿੱਤਾ, ਆਪਣੀਆਂ ਘਰ ਵਾਲੀਆਂ ਛੱਡ ਦਿੱਤੀਆਂ ਔਰ ਸੁਆਹ ਮਲ ਕੇ ਪਿੰਡਿਆਂ 'ਤੇ ਆ ਤਾਂ ਉਹ ਪਖੰਡ ਨੰਗੇ ਕਰਨਗੇ, ਜਿਸ ਲਈ ਇਹ ਸਾਰਾ ਗਿਆਨ ਗੁਰੂ ਬਾਬੇ ਨਾਲ ਆਇਆ। ਜੀ ਗੁਰੂ ਬਾਬਾ ਸਿਰਫ ਇਹੋ ਹੀ ਲਿਖ ਜਾਂਦਾ ਵੀ ਨਾਮ ਜਪੋ ਅਤੇ ਜਪਾਓ, ਅਤੇ ਆਹ ਇਨਕਲਾਬ ਨਹੀਂ ਸੀ ਆਉਣਾ। ਜੋਗੀਆਂ ਦਾ ਟੋਲੇ ਸਾਹਮਣੇ ਸੀ ਔਰ ਬ੍ਰਾਹਮਣਵਾਦ ਸਾਹਮਣੇ ਸੀ। ਇੰਨੇ ਹਿੰਦੂ ਔਰ ਮੁਸਲਮਾਨਾਂ 'ਚ ਇਹ ਐਸੀਆਂ ਔਂਤਰੀਆਂ ਰੀਤਾਂ ਚੱਲੀਆਂ ਸੀ। ਮੁਸਲਮਾਨ ਫਕੀਰ ਉਹ ਵੀ ਸਾਰੇ ਘਰ-ਬਾਰ ਛੱਡ ਕੇ ਫਕੀਰ ਹੋ ਜਾਂਦੇ ਸੀ। ਹਿੰਦੂਆਂ 'ਚ ਸਾਰੇ ਬੜੇ ਬੜੇ ਸਾਧ ਸੰਤਾਂ ਦੇ ਡੇਰੇ ਸਾਰੇ। ਹੁਣ ਸਿੱਖਾਂ ਦੇ ਵਿੱਚ ਇਹ ਗੱਲ ਲਾਗੂ ਹੈ ਵੀ ਕੋਈ ਵੀ ਪੰਜਾਬ ਦਾ ਸਿੱਖ ਗ੍ਰਸਤੀ ਨਹੀਂ ਹੈ, ਵੱਡੇ ਤੋਂ ਵੱਡਾ ਸੰਤ, ਜਦ ਕਿ ਸਾਰੇ ਗੁਰੂਆਂ ਨੇ ਸ਼ਾਦੀ ਕੀਤੀ ਹੈ, ਸਾਰੇ ਗੁਰੂਆਂ ਨੇ ਗ੍ਰਸਤ ਕੀਤਾ ਹੈ। ਔਰ ਇਹ ਟੋਲਾ ਕਿੱਥੋਂ ਤੁਰਿਆ ਹੈ। ਅਸੀਂ ਇਹੋ ਪੂਣੀ ਕੱਤੀ ਆ ਰਹੇ ਹਾਂ ਵੀ ਜਿਹੜਾ ਸਾਰਾ ਗਿਆਨ ਹੈ ਕਾਹਦੇ ਲਈ ਦਿੱਤਾ ਹੈ। ਹੁਣ ਇਹ ਸ਼ਬਦ ਦਾ ਖੰਡ ਪਾਠ ਜਾਂ ਸਾਰੀਆਂ ਸ਼ਬਦਾਂ ਦਾ ਕਰਕੇ ਸਾਨੂੰ ਕੁਛ ਨਹੀਂ ਮਿਲਣਾ। ਇਹ ਰੈਵੋਲੂਸ਼ਨਰੀ ਗਿਆਨ ਹੈ। ਬਾਬੇ ਨਾਲ ਜਿਸ ਸ਼ਬਦ ਤੋਂ ਅਸੀਂ ਇਹ ਤੰਦ ਖਿੱਚਿਆ ਸੀ, ਉਹ ਸ਼ਬਦ ਸੀ ਗੁਰੂ ਬਾਬੇ ਦਾ ਵੀ ਇਸ ਬਾਣੀ ਨੂੰ ਪੜ੍ਹੀ ਨਾ ਜਾਓ, ਇਸ ਬਾਣੀ ਦੇ ਪਾਠ ਹੀ ਨਾ ਕਰੀ ਚੱਲੋ। ਮੁਬਾਰਕ ਹੈ, ਪਾਠ ਕਰੋ। ਇਸ ਬਾਣੀ ਦੇ ਵਿੱਚੋਂ ਕੀ ਕਰਨਾ ਤੁਸੀਂ, ਇੱਥੇ ਅਕਲ ਲਾਓ ਬੁੱਝਣ ਦੀ। ਜੇ ਇਸ ਬਾਣੀ 'ਚ ਕੋਈ ਚੀਜ਼ ਬੁੱਝ ਦੇਣੀ ਹੈ, ਤੁਹਾਡੇ ਪੱਲੇ ਨਹੀਂ ਪੈਣਾ। ਇਸ ਕਰਕੇ ਗੁਰੂ ਬਾਬੇ ਦਾ ਅਸੀਂ ਸ਼ਬਦ ਲਿਆ ਸੀ, ਅਕਲੀ ਪੜ੍ਹ ਕੇ ਗੁਰੂ ਬਾਬੇ ਨਾਨਕ ਦੇ ਬਚਨ ਹੈ, ਅਕਲੀ ਪੜ੍ਹ ਕੇ ਜਿਹੜੇ ਖੰਡ ਪਾਠ ਕਰਨ ਵਾਲੇ ਹੋਣਗੇ, ਪਾਠ ਕਰਨ ਵਾਲੇ ਹੋਣਗੇ ਸਾਰੇ, ਉਹ ਬੁੱਝ ਨਹੀਂ ਸਕਣਗੇ। ਉਹਨਾਂ ਨੇ ਤਾਂ ਪੂਰਾ ਪਾਠ ਕਰਨਾ। ਅਸੀਂ ਰੋਜ਼ ਰਹਿ ਰਸ ਦਾ ਪਾਠ ਕਰਦੇ ਹਾਂ। ਆਖਾਂ ਜੀਵਾਂ ਵਿਸਰੇ ਮਹਿ ਜਾਊਂ, ਆਖਣ ਔਖਾ ਸਾਚਾ ਨਾਉ। ਅਤੇ ਜੇ ਕਦੀ ਸਾਚੇ ਨਾਮ ਨੂੰ ਆਖਿਆ ਹੀ ਨਾ, ਉਹ ਚੀਜ਼ ਬੁੱਝੀ ਨਾ, ਰਹਿ ਰਸ ਦਾ ਪਾਠ 'ਚ ਅਕਲ ਨਹੀਂ ਅਸੀਂ ਲਾਉਂਦੇ। ਪਾਠ 'ਚ ਕੋਈ ਕੈਮਿਸਟਰੀ ਦੀ ਇੱਕ ਕਿਤਾਬ ਹੈ, ਥਿਊਰੀ ਆਫ ਸਟਰਕਚਰ ਹੈ, ਹਾਈਡਰੋਲਿਕਸ ਹੈ, ਜਿਹੜੇ ਵੱਡੇ ਮਜ਼ਮੂਨ ਹੈ ਸਾਡੇ, ਉਹਨਾਂ ਦੀਆਂ ਕਿਤਾਬਾਂ ਅਸੀਂ ਪਾਠ ਕਰਦੇ ਨਹੀਂ। ਉਹਦਾ ਇੱਕ ਇੱਕ ਥਿਊਰੀ ਸਮਝਦੇ, ਇੱਕ ਇੱਕ ਉਹਦਾ ਲਾਭ ਸਮਝਦੇ, ਇੱਕ ਇੱਕ ਸਾਰੀ ਤਾਂ ਜਾ ਕੇ ਤੇ ਥਾਵਾਂ 'ਤੇ ਅਸੀਂ ਸੰਗਤਾਂ ਨੂੰ ਇਕੱਠੇ ਕਰਕੇ ਹੱਥ 'ਚ ਬਾਬੇ ਦੇ ਸ਼ਬਦ ਦੇ ਕੇ ਦਰਸ਼ਨ ਕਰਾ ਰਹੇ ਹਾਂ ਵੀ ਦੇਖੋ ਬਾਬਾ ਕਿੱਡਾ ਉੱਚਾ ਸਾਨੂੰ ਗਿਆਨ ਦੇ ਰਿਹਾ। ਇਹ ਪੜ੍ਹਨ ਲਈ ਨਹੀਂ ਹੈ, ਇਹ ਪੜ੍ਹ ਕੇ ਬਾਰ-ਬਾਰ ਪੜ੍ਹੋ। ਪੜ੍ਹ ਕੇ ਵਿੱਚੋਂ ਬੁੱਝਣੀ ਹੈ ਕੋਈ ਚੀਜ਼, ਔਰ ਬੁੱਝ ਕੇ ਫਿਰ ਉਹਨੂੰ ਫਾਲੋ ਕਰਨਾ ਹੈ ਵੀ ਕੀ ਵਿੱਚ ਲਿਖਿਆ ਹੈ, ਤਾਂ ਸਾਡਾ ਜੀਵਨ ਸੁਧਾਰ ਹੋਏਗਾ। ਮਹਾਰਾਜ ਕਹਿੰਦੇ ਅਕਲ ਸਾਰੀ ਲਾ ਨੂੰ ਅਕਲ 'ਤੇ ਲਾ ਦੇਣਾ, ਬਾਤ ਵਿਵਾਦ 'ਤੇ ਝਗੜਨ 'ਤੇ ਸਾਰੀ ਚੀਜ਼
ਜਿਹੜਾ ਰੱਬ ਆ ਉਹ ਵੀ ਬਗੈਰ ਅਕਲ ਤੋਂ ਨਹੀਂ ਸੇਵਿਆ ਜਾਣਾ। ਪਹਿਲੀ ਤੁਕ ਲਿਆਂਦੇ ਅਕਲੀ ਸਾਹਿਬ ਸੇ ਫੇਰ ਲਾਉਂਦੇ ਹੈ ਅਕਲੀ ਪੜ ਕੇ ਸਾਰਾ ਜਿਹੜਾ ਕਰਨ ਡਿਆ ਅਕਲ ਨਾ ਕਰ। ਐਸਾ ਦਾਨ ਨਾ ਕਰ ਜਿਹੜਾ ਇਲੈਕਸ਼ਨਾਂ 'ਚ ਹੀ ਖਤਮ ਹੋ ਜਾਏ। ਗੁਰਦੁਆਰਾ ਸਾਰਾ ਜਿੰਨਾ ਹੈ ਸ਼੍ਰੋਮਣੀ ਕਮੇਟੀ ਸਾਰਾ ਜਿੰਨਾ ਦਾਨ ਸੰਗਤਾਂ ਵਿਚਾਰੀਆਂ ਕਰਦੀਆਂ ਉਹ ਇਲੈਕਸ਼ਨਾਂ ਦਾ ਹੀ ਫੰਡ ਚੱਲਦੇ ਉਹਨਾਂ ਦੇ। ਇਸ ਕਰਕੇ ਅਕਲ ਨਾਲ ਦਾਨ ਕਰ। ਅਕਲੀ ਜਿਹੜਾ ਤੇਰੇ ਨਾਲ ਜਾਣਾ ਹੈ ਉਹ ਦਾਨ ਕਰ। ਅਕਲੀ ਪੜ ਕੇ ਦੇਖਿਓ ਕੀ ਲਿਖਿਆ ਬਾਕੀ ਗੱਲਾਂ ਨੂੰ। ਹੋਰੇ ਗੱਲਾਂ ਸ਼ੈਤਾਨ, ਹੋਰੇ ਗੱਲਾਂ ਸ਼ੈਤਾਨ। ਸ਼ੈਤਾਨ ਦੀਆਂ ਗੱਲਾਂ ਕਰ ਰਿਹਾ ਤੂੰ। ਮੁਸਲਮਾਨ ਜ਼ਿਆਦਾ ਪੈਰੋਕਾਰ ਸੀ ਬਾਬੇ ਦੀ। ਉਹਨਾਂ ਨੇ ਸ਼ਬਦ ਲਾਇਆ, ਉਹਨਾਂ ਨੇ ਲਫ਼ਜ਼ ਲਿਖੇ। ਹਿੰਦੂ ਤੇ ਬਾਬੇ ਨੂੰ ਸਮਝ ਨਹੀਂ ਸੀ ਸਕੇ। ਮੁਸਲਮਾਨ ਪਹਿਲਾਂ ਜ਼ਿਆਦਾ ਪੈਰੋਕਾਰ ਸੀ। ਬਾਰੇ ਕਹਿੰਦੇ ਉਹਨਾਂ 'ਚ ਵੀ ਸ਼ਰਾਬ ਵਗੈਰਾ ਹੋਰ ਸਾਰੀਆਂ ਚੀਜ਼ਾਂ ਇੰਨੀਆਂ ਜ਼ਿਆਦਾ ਰੱਬ ਦੀ ਬੰਦਗੀ ਵਾਲੇ ਸੂਫੀ ਫਕੀਰ ਅਲੱਗਾ ਹੋ ਗਏ ਸੀ। ਇਸ ਕਰਕੇ ਬਾਕੀਆਂ ਤੇ ਲਿਖ ਰਹੇ ਨੇ ਹੋਰੇ ਗੱਲਾਂ ਸ਼ੈਤਾਨ ਪੜ ਕੇ ਸ਼ਬਦ ਲੈ ਰਹੇ ਹਾਂ ਉਸੇ ਮਾਲਾ ਦਾ। ਕਈ ਅਨੇਕ ਸ਼ਬਦ ਲੈ ਕੇ ਅਸੀਂ ਇਹ ਭਰਮ ਤੋੜ ਰਹੇ ਹਾਂ ਵੀ ਪੜ੍ਹ ਐਸੇ ਮੇਜਰਿੰਗ ਸਟਿਕ ਨਾ ਪਰ ਪਾਠ ਕਰਦਾ ਜੀ ਸਦਕੇ ਕਰ। ਬਾਰ ਪੜ੍ਹੇਗਾ ਤਾਂ ਹੀ ਸਮਝ ਆਏਗੀ। ਪਰ ਕਿਸੇ ਕੋਈ ਚੀਜ਼ ਲੱਭਣ ਨਹੀਂ ਪਾ ਰਹੇ ਇਹਦੇ ਵਿੱਚੋਂ ਕੋ ਤੂੰ ਬੁੱਝਣਾ। ਔਰ ਅਸੀਂ ਸ਼ਬਦ ਲਿਆ ਸੀ ਜਪਦਾ ਗੁਰਾਂ ਇੱਕ ਜਪ ਦਾ ਪਾਠ ਕਰਨ ਲੱਗੇ ਸੀ। ਆਹ ਚੀਜ਼ ਬੁੱਝੀ ਹੈ ਵੀ ਮੈਂ ਉਹਨੂੰ ਵਿਸਰਨਾ ਨਹੀਂ ਹੈ, ਸਾਡੇ ਨਾਮ ਨੂੰ ਨਹੀਂ ਆਉਂਦੇ। ਬਾਕੀ ਉਹਦਾ ਪਾਠ ਕਰਨਾ, ਜੇ ਤੁਸੀਂ ਉਹਨੂੰ ਯਾਦ ਨਾ ਵਿਸਰ ਜਾਓਗੇ ਪਰਮਾਤਮਾ ਨੂੰ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਅਸੀਂ ਪਾਠ ਕਰ ਲੈਂਦੇ ਹਾਂ ਪਰ ਪਰਮੇਸ਼ਰ ਨੂੰ ਹਮੇਸ਼ਾ ਭੁਲਾ ਕੇ ਰੱਖਦੇ। ਇਹੋ ਚੀਜ਼ ਅਸੀਂ ਬੁੱਝੀ ਆ ਰਹੇ ਹਾਂ। ਸਾਰੀ ਬਾਣੀ ਕੀ ਹੈ? ਅਕਲੀ ਪੜ ਕੇ ਸ਼ਬਦ ਅਸੀਂ ਉਸੇ ਮਾਲਾ ਦਾ ਅਗਲਾ ਸ਼ਬਦ ਲੈ ਰਹੇ ਹਾਂ। ਪੰਨਾ ਹੈ 1012 ਸਾਡੇ ਹੱਥਾਂ 'ਚ। ਦਰਸ਼ਨ ਕਰਕੇ ਸ਼ਬਦ ਨੂੰ ਸ਼ੁੱਧ ਪੜ੍ਹਨਾ ਚਾਹੀਦਾ ਹੈ। ਔਰ ਮਾਰੂ ਮਹੱਲਾ ਪਹਿਲਾ ਕਹਿੰਦਾ ਜਿਹੜਾ ਮਨ ਦੇ ਮਗਰ ਲੱਗੇਗਾ ਘਰ ਬੰਦਾ, ਉਹ ਐਸੀ ਲਹਿਰ 'ਚ ਪੈ ਜਾਏਗਾ ਵੀ ਆਪਣਾ ਘਰ ਛੱਡ ਦੇਗਾ ਔਰ ਬਾਹਰ ਜਾ ਕੇ ਹੋਰਨਾਂ ਦੇ ਮਗਰ ਸੰਨਿਆਸੀ ਬਣ ਜੂ, ਜੰਗਲ 'ਚ ਤਪਾਂ ਬਣ ਜੂ। ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਮਨ ਮੁਖ ਲਹਿਰੇ ਘਰ ਤਜੇ ਵਤੂਜੈ। ਮਨ ਮੁਖ ਲਹਿਰੇ ਘਰ ਤਜੇ ਵਤੂਜੈ। ਅਵਰਾ ਕੇ ਘਰ ਹੀਰੇ। ਜਿਹੜਾ ਮਨਮੁਖ ਬੰਦਾ ਹੋ ਉਹ ਆਪਣੇ ਮਨ ਦੀ ਲਹਿਰ ਦੇ ਮਗਰ ਲੱਗ ਕੇ ਆਪਣਾ ਘਰ ਛੱਡ ਦਿਓ। ਸਾਧ ਬਣ ਜਾਓ, ਸੰਤ ਬਣ ਜਾਓ, ਜੋਗੀ ਬਣ ਜਾਓ, ਸੰਨਿਆਸੀ ਬਣ ਜਾਓ, ਘਰ ਤਾਂ ਇਦੂ ਆਪਾਂ। ਇੱਥੇ ਰਗੜਾ ਚਾੜਿਆ ਬਾਬੇ ਨਾਨਕ ਨੇ ਪਹਿਲਾਂ ਉਹ ਸ਼੍ਰੇਣੀ ਨੂੰ ਜਿਹੜੀ ਗ੍ਰਸਤੀ ਨਹੀਂ ਕਰਦੇ ਔਰ ਆਪਣੇ ਘਰ ਨਹੀਂ ਰਹਿੰਦੇ, ਬਾਹਰ ਡੇਰੇ ਬਣਾ ਲੈਂਦੇ, ਬਾਹਰ ਸਭ ਕੁਛ। ਮਹਾਰਾਜ ਨਾਲ ਕਿਸੇ ਗੁਰੂ ਨੇ ਇਸ ਤਰ੍ਹਾਂ ਨਹੀਂ ਕੀਤਾ। ਸਾਰੇ ਗੁਰੂ ਗ੍ਰਸਤੀ ਹੋਏ ਸਾਰੇ। ਉਹਦੇ 'ਤੇ ਪਹਿਲੀ ਚੋਟ ਮਾਰੀ ਪਈ ਮਨਮੁਖ ਲਹਿਰੇ।
ਰਾਰੇ ਦੀ ਸਿਹਾਰੀ ਬੁਲਾਉਣੀ ਆ। ਮਨਮੁਖ ਲਹਿਰੇ ਦਾ ਮਤਲਬ ਹੈ ਮਨ ਦੇ ਮਗਰ ਲੱਗ ਕੇ। ਮਨਮੁਖ ਲਹਿਰੇ ਘਰ ਤਜੇ ਵਗੂਚਾ ਹੈ। ਵਗੂਚਾ ਲਫ਼ਜ਼ ਸਮਝਣਾ, ਜੇ ਡਿਕਸ਼ਨਰੀ ਮੀਨਿੰਗ ਨਹੀਂ ਲਾਂਗੇ ਅਸੀਂ ਕਦ ਹੱਥ ਨਹੀਂ ਆਏਗਾ। ਉਹ ਸੰਸਕ੍ਰਿਤ ਵਾਲਾ ਹਾਲ ਹੋ ਜੂ, ਜਿੱਦਾਂ ਸੰਸਕ੍ਰਿਤ ਦੇ ਸ਼ਲੋਕ ਐਡੇ ਮੁਸ਼ਕਲ, ਉਹ ਪੜ੍ਹੀ ਜਾਣਗੇ ਕਿਸੇ ਨੂੰ ਸਮਝ ਨਹੀਂ ਆਉਂਦੀ। ਵਗੂਚੇ ਹੈ ਵਿਗੜ ਗਿਆ ਤੂੰ। ਜਿੱਥੇ ਵਗੂਚਾ ਲਫ਼ਜ਼ ਆਉਂਦਾ ਮੈਨੇ ਵਿਗੜ ਗਿਆ ਤੂੰ। ਆਪਣਾ ਘਰ ਤੇ ਰਹਿੰਦਾ ਨਹੀਂ ਤੂੰ। ਮਨਮੁਖ ਲਹਿਰੇ ਮਨਮੁਖ ਲਹਿਰੇ ਘਰ ਤਜੇ ਵਗੂਚਾ। ਹੋਰਨਾਂ ਦੇ ਸਿਰ ਜਾ ਕੇ ਭਾਰ ਪੈ ਜਾਂਦਾ। ਆਣਾ ਇਹਨਾਂ ਦੇਸ਼ਾਂ ਦੇ ਵਿੱਚ ਭਾਈ ਸਾਹਿਬ ਜੀ ਕੋਈ ਵੜਨ ਨਹੀਂ ਦਿੰਦਾ ਜਿੰਨ ਚਿਰ ਸਪਾਂਸਰਸ਼ਿਪ ਨਾ ਕੋਈ ਦੇਵੇ। ਵੀ ਤੂੰ ਆਇਆ ਮੇਰੇ ਕੋਲ, ਅਗਲਾ ਕਹਿੰਦਾ ਤੇਰਾ ਭਾਰ ਕੌਣ ਚੱਕੂਗਾ। ਉਹਦਾ ਪੂਰਾ ਰਿਕਾਰਡ ਦੇਖਦੇ ਆ। ਕਿੰਨੇ ਸਿਆਣੇ ਮੁਲਕ ਔਰ ਕਿੱਡਾ ਬਾਣੀ ਨੂੰ ਫਾਲੋ ਕਰ ਰਹੇ। ਉਹ ਕਹਿੰਦੇ ਕੋਈ ਔਰ ਤੂੰ ਦੂਸਰਿਆਂ ਦੇ ਘਰ 'ਤੇ ਜਾ ਕੇ ਦੂਸਰਿਆਂ ਦੇ ਘਰ ਲੁੱਟਦਾ ਫਿਰਦਾ। ਹੀਰਾ ਕਹਿੰਦੇ ਲੁੱਟਣ ਨੂੰ, ਡਾਕੇ ਦੂਸਰਿਆਂ ਦੇ ਘਰ ਮਾਰਦਾ ਫਿਰਦਾ। ਆਪਣੇ ਘਰ ਨਹੀਂ ਤੂੰ ਬੈਠਾ, ਬਾਕੀ ਤੂੰ ਸਾਰਿਆਂ ਦੇ ਉਹ ਤੂੰ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਆਪਣੀ ਕਿਰਤ ਦੀ ਕਮਾਈ ਛੱਡ ਕੇ ਦੂਸਰਿਆਂ ਦੇ ਭਾਰ ਬਣਿਆ ਸਾਰੀ ਸੰਗਤ ਦੇ ਉੱਤੇ। ਮਹਾਰਾਜ ਕਹਿੰਦੇ ਮਨਮੁਖ ਲੈ ਘਰ ਤਜੇ ਵਗੂਚਾ। ਇਹ ਰੈਵੋਲੂਸ਼ਨਰੀ ਗਿਆਨ ਨਹੀਂ ਹੈ। ਮਹਾਰਾਜ ਨਾ ਸਾਰਿਆਂ ਨੂੰ ਮੱਖਣ ਲਾ ਕੇ ਤੇ ਆਪਣੇ ਮਗਰ ਲਾਏ ਸੀ ਵੀ ਹਾਂ। ਮਹਾਰਾਜ ਨਾਲ ਦੱਬ ਕੇ ਕੱਟਿਆ ਸਾਰਿਆਂ ਨੂੰ ਵੀ ਜਿਹੜਾ ਘਰ ਹੈ ਆਪਣੇ ਕਿੱਡਾ ਗ੍ਰਸਥ ਮਾਰਗ ਸਾਨੂੰ ਕੀਤਾ। ਔਰ ਸਾਰੇ ਸਿੱਖ ਸੰਗਤ ਦੇ ਉੱਤੇ ਸਾਰੇ ਪੰਜਾਬ 'ਚ ਸਾਰੀਆਂ ਸਾਡਾ ਸਾਰਾ ਟੋਲਾ ਛਾਇਆ ਪਿਆ। ਉਹ ਸਾਨੂੰ ਅੱਛੇ ਨਾਮ ਜਪਦੇ ਹੈ, ਠੀਕ ਹੈ, ਪਰ ਬਾਬੇ ਨੇ ਕਿਉਂ ਗੱਦੀ ਗੁਰੂ ਅੰਗਦ ਨੂੰ ਦਿੱਤੀ? ਬਾਬੇ ਦਾ ਪਹਿਲਾ ਵੱਡਾ ਪੁੱਤ ਸੰਨਿਆਸੀ ਸੀ। ਉਹਦੇ ਤੇ ਰਾਹੌਲ ਆਇਆ, ਬਾਬਾ ਐਸੀ ਰੱਬ ਰਵੇ ਸੰਨਿਆਸੀ। ਜਿਹੜੀ ਸੰਨਿਆਸਾ ਪੁਣਾ ਸੀ ਉਹ ਸ੍ਰੀ ਚੰਦ ਨਾਲ ਸਾਦੀ ਨਹੀਂ ਕਰਾਈ ਵੱਡੇ ਪੁੱਤ ਨਾਲ। ਇਸੇ ਕਰਕੇ ਸੰਨਿਆਸੀ ਉਦਾਸੀ ਗੁਰੂ ਘਰ ਦੇ ਵੈਰੀ ਹੋ ਗਏ। ਬਾਬੇ ਨੇ ਕਿਹਾ ਗੱਦੀ ਨਹੀਂ ਜਾਏਗੀ ਇਹਨਾਂ ਨੂੰ। ਉਹਨਾਂ ਨੇ ਨੌਜਵਾਨ ਮੁੰਡਾ ਬਾਬਾ ਲੈਣਾ ਔਰ ਉਹਦੀ ਵਾਈਫ ਨਾਲ ਬਾਬਾ ਲੈਣਾ ਜੀ ਔਰ ਉਹਨਾਂ ਦੇ ਘਰੋਂ ਦੋਨੋਂ ਕੁੜੀ ਮੁੰਡਿਆਂ ਨੂੰ ਆਪਣੇ ਐਸੇ ਸਤਿਕਾਰ ਨਾਲ ਕਰਤਾਰਪੁਰ ਰੱਖਿਆ। ਔਰ ਉਹਨਾਂ ਨੇ ਵੀ ਇੰਨੇ ਪਿਆਰ ਨਾਲ ਗਿਆਨ ਸਟੱਡੀ ਕੀਤਾ। ਬਾਬੇ ਦੇ ਸ਼ਬਦ ਪੜ੍ਹਦੇ ਹੋਣੇ, ਉਹ ਬਾਬੇ ਦੀ ਪੋਥੀ 'ਚ ਮਹੱਲੇ ਪਹਿਲੇ ਦੇ ਸ਼ਬਦ ਹੈ ਗੁਰੂ ਅੰਗਦ ਸਾਹਿਬ ਪੜ੍ਹਦੇ ਹੋਣੇ, ਤਾਂ ਬਾਬੇ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣ ਗਏ ਹੋ। ਔਰ ਉਹਨਾਂ ਨੂੰ ਜੋਤ ਉਹਨਾਂ 'ਚ ਗਈ ਗੁਰੂ ਦੀ। ਔਰ ਇਹ ਜਿਹੜਾ ਸੀ ਬਾਬੇ ਨੇ ਕਿਹਾ ਵੀ ਗ੍ਰਸਤੀ ਕੋਲ ਜਾਏਗੀ ਗੱਦੀ, ਕਿਉਂਕਿ ਆਪ ਉਹ ਗ੍ਰਸਤੀ ਸੀ। ਉਹਨਾਂ ਦੇ ਦੋ ਲੜਕੇ ਸੀ, ਵੱਡਾ ਸ੍ਰੀ ਚੰਦ, ਛੋਟਾ ਲక్ష్ਮੀ ਚੰਦ। ਔਰ ਵਿਆਹ ਕਰਾਇਆ ਸੀ 12 ਸਾਲ ਆਪਣੇ ਰਹਿ ਕੇ ਆਪਣੀ ਭੈਣ ਦੇ ਘਰ। ਔਰ ਉੱਥੇ ਰੱਬ ਪਾਇਆ ਹੈ। ਇਸ ਕਰਕੇ ਉਹਨਾਂ ਨੇ ਨੌਕਰੀ ਕੀਤੀ ਹੈ। ਉਹ ਤੱਕੜੀ ਨਹੀਂ ਸੀ ਤੋਲਦੇ ਹੀ, ਵਾਜ ਚਾਰਟਰਡ ਅਕਾਊਂਟੈਂਟ। ਐਡਾ ਲਾਇਕ ਬੰਦਾ ਸੀ ਗੁਰੂ ਨਾਨਕ। ਇਸ ਕਰਕੇ ਨਵੀਆਂ ਹਿਸਟਰੀਆਂ ਬਣ ਰਹੀਆਂ, ਬਾਕੀ ਸਭ ਬਕਵਾਸ ਹੈ ਜੋ ਲਿਖੀਆਂ ਕਹਾਣੀਆਂ। ਬਾਬਾ ਜੀ ਤੱਕੜੀ ਨਹੀਂ ਸੀ ਤੋਲਦੇ। ਬਾਬਾ ਜੀ ਐਡੇ ਵੱਡੇ ਅਕਾਊਂਟੈਂਟ ਸੀ। ਔਰ ਉਹਨਾਂ ਦੀ ਸਾਰੀਆਂ ਫੌਜਾਂ ਦਾ ਸੁਲਤਾਨਪੁਰ ਲੋਧੀ ਦੇ ਉਹ ਉੱਥੇ ਤੱਕੜੀ ਨਹੀਂ ਸੀ ਤੋਲਦੇ। ਐਡੇ ਵੱਡੇ ਰਜਿਸਟਰ, ਐਡਾ ਕੰਮ ਵੱਧ ਗਿਆ ਸੀ ਉਸ ਦਾ। ਉਹਨੇ ਕਿਹਾ ਆਪਣੇ ਜਿਹੜਾ ਪਹਿਲਾਂ ਗੁਰੂ ਬਾਬੇ ਨਾਨਕ ਦਾ ਸਾਲਾ ਸੀ, ਉਹਨੂੰ ਕਿਹਾ ਵੀ ਤੂੰ ਭੜੋਈਆ ਜੀਜਾ ਸੀ, ਉਹਨੂੰ ਕਹਿਣ ਲੱਗੇ ਕਿ ਤੇਰੇ ਵਰਗਾ ਬੰਦਾ ਕੋਈ ਹੋਰ ਨਹੀਂ ਹੈ, ਫੌਜਾਂ ਦਾ ਕੰਮ ਬਹੁਤ ਵੱਧ ਗਿਆ ਹੈ, ਤੇ ਕੋਈ ਬੰਦਾ ਲਿਆ ਆਪਣੇ। ਕਹਿੰਦੀ ਤਲਵੰਡੀ ਇੱਕ ਬੰਦਾ ਤੇ ਹੈ, ਮੇਰਾ ਸਾਲਾ ਹੈ, ਪਰ ਉਹ ਮਸਤ ਰਹਿੰਦਾ ਰੱਬ ਦੀ ਯਾਦ 'ਚ। ਮੈਂ ਉਹਨੂੰ ਮਨਾਊਂਗਾ ਜੇ ਆ ਜਾਏ ਕਿਤੇ। ਉਹਨੂੰ ਫਿਰ ਨਾਲ ਲਿਆਂਦਾ, ਉਹਨੂੰ ਤਲਵੰਡੀਓਂ ਲਿਆ ਕੇ ਉਹਨਾਂ ਨਾਲ ਫਿਰ ਕੰਮ ਸਾਰਾ ਫੌਜਾਂ ਸਾਰਾ ਜਿੰਨੇ ਸੀ ਸਾਰਾ ਮਰਦਾਨਾ ਜੀ ਨਾਲ ਨੇ। ਇਸ ਕਰਕੇ ਐਡੇ ਵੱਡੇ ਲਾਇਕ ਬੰਦੇ, ਉਹਨਾਂ ਨੂੰ ਤੱਕੜੀ ਤੋਲਣ 'ਤੇ ਔਰ ਬੱਟੇ ਉੱਥੇ ਰੱਖੇ ਬੇਈ ਤੋਂ ਫੜ ਕੇ। ਉਹਨਾਂ ਨੂੰ ਦੁਨੀਆ ਪੂਜਣ ਡਈ ਹੈ। ਮੈਂ ਕਿਹਾ ਕਿਉਂ ਕੌਮ ਦੀ ਬੇੜੀਆਂ 'ਚ ਬੱਟੇ ਪਾ ਰਹੇ ਹੋ? ਬਾਬੇ ਨੇ ਬੱਟੇ ਨਹੀਂ ਤੋਲੇ। ਬਾਬਾ ਐਡਾ ਵੱਡਾ ਲਾਇਕ ਬੰਦਾ ਜਿਹੜਾ ਐਡਾ ਗਿਆਨ ਦੇ ਰਿਹਾ, ਉਹ ਤੱਕੜੀ ਤੋਲਦਾ। ਉਹਨਾਂ ਦੇ ਗਿਆਨ ਸੀ ਵੀ ਗ੍ਰਸਤ ਕਰੋ। ਔਰ ਗ੍ਰਸਤ ਦੇ ਵਿੱਚ ਗੱਦੀ ਗਾਂ ਗ੍ਰਸਤੀ ਨੂੰ ਗਈ, ਗਾਂ ਤੋਂ ਗਾਂ ਸਾਰੇ ਗ੍ਰਸਤੀਆਂ ਨੂੰ ਤਦੇ ਉਦਾਸੀ ਔਰ ਸੰਨਿਆਸੀ ਗੁਰੂ ਘਰ ਦੇ ਵੈਰੀ ਰਹੇ, ਹੁਣ ਤੱਕ ਵੀ ਹੈ। ਔਰ ਜਿੰਨਿਆਂ ਸਾਡੇ ਗੁਰੂ ਘਰ ਨਾਲ ਵੈਰ ਲਏ, ਇਹਨਾਂ ਨਾਲ ਲਏ, ਇਹਨਾਂ ਨਾਲ ਰਾਹ ਹੋਰ ਤੋਰਿਆ ਸੀ ਵੀ ਸ਼ਾਦੀ ਨਹੀਂ ਕਰਾਉਣੀ। ਇਸ ਕਰਕੇ ਜੋਗੀ ਆਪਣਾ ਘਰ ਛੱਡ ਕੇ ਤੁਰ ਗਏ ਸੀ। ਬੜੇ ਬੜੇ ਟੋਲੇ ਆ ਰਹੇ ਜਿਹੜੇ ਮਹਾਰਾਜ ਕੱਟਣਗੇ ਸ਼ਬਦ। ਹੁਣ ਇਹਦਾ ਖੰਡ ਪਾਠ ਕਰਕੇ ਕੁਝ ਮਿਲੂਗਾ ਕਿ ਇਹਦੇ ਵਿੱਚੋਂ ਬੁੱਝਣ ਨਾ ਮਿਲੇਗਾ।
इस करके अकली पढ़ के बुझिए बाबे दे हुक्म कमा रहे हैं तुहाडे हत्थां 'च आ लाओ शब्द चलिया हुण पहला पटाका मारिया महाराज ने मन मुख लहरे कार तजे मन मुख लहरे कार तजे। ये सारे पंजाब के संत समाज ते चपेड़ नहीं है। सिख संगतां पुछणगियां भी बाबे ने शब्द लिखिया तुसीं घर क्यों तजे आ मन मुख लहरे कार तजे। ये सारे विगड़िया टोला बगूचे कहते विगड़िया टोला मन मुख लहरे कार तजे। होरनां दी कमाई ते पल रहे सारे अवरा के कार हीरा अगे साफ लिखता जिहड़ा ग्रह दा धर्म सी गृहस्थ दा ਉਹ ਇਹਨਾਂ ਨੇ ਛੱਡ ਦਿੱਤਾ। ग्रह धर्म सत्य खोरे ना ग्रह धर्म सत्य खोरे ना दुर्मत घूमन तेरा दुर्मत घूमन तेरा। बाबे दी बाणी दे एक एक बचन ते असीं फुल चाढ़ने। महाराज कह रहे ने ग्रह धर्म गवाए गृहस्थ दा धर्म छड्ड के गवा के इन्हां नाल सतगुर नहीं भेटिया। असीं सारी संगत अगे एक खोजण दी बेनती कर रहे हैं भी जरा खोजियो बाणी किहदी है। बाणी महल्ले पहले दी है बाबे नानक दी। ਕੀ ਤੁਸੀਂ ਇਹ ਲੌਜਿਕ ਦੇ ਸਕਦੇ ਹੋ ਜਾਂ ਤੁਹਾਡੇ ਮਨ 'ਚ ਇਹ ਈਮਾਨ ਆ ਸਕਦਾ ਵੀ ਬਾਬਾ ਨਾਨਕ ਆਪਣੇ ਆਪ ਨੂੰ ਸਤਿਗੁਰ ਕਹਿ ਸਕਦਾ। ਬਾਬੇ ਨਾਨਕ ਦਾ ਸ਼ਬਦ ਹੈ ਉਹ ਸਤਿਗੁਰ ਨਹੀਂ ਸੀ। ਬਾਬੇ ਨਾਨਕ ਨਾਲ ਆਪਣੇ ਅੰਦਰ ਸਤਿਗੁਰ ਭੇਟਿਆ। ਬਾਬੇ ਨਾਨਕ ਦਾ ਸ਼ਬਦ ਹੈ ਬਾਬੇ ਨਾਨਕ ਦੀ ਪੌੜੀ ਹੈ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ। ਬਾਬਾ ਨਾਨਕ ਕਹਿੰਦਾ ਮੇਰੇ ਬਗੈਰ ਨਹੀਂ ਪਾਇਆ ਰੱਬ ਨਹੀਂ। सतगुर होर चीज़ है। बाबा नानक ना वो सतगुर अपने अंदर खड़ा किया जिहड़ा सतगुर जुगां जुगां तो है। असी सतगुर की डेफिनेशन देन लगे हैं। सतगुर मेरा सदा सदा ना आवे ना जाए वो अविनाशी पुरख है सब मेरे समाए। कि ये कोई गुरु को बंदा इंसान को बन सकता ये चीज़। इस करके सतगुरु बाबा नानक उस वजूद नूं कह रहा जिस लिए बाणी च लिखिया जुग जुग पीढ़ी चले सतगुर। जुगा जुगा तो सतगुर है। ओह क्राइस्ट दा सतगुर है। ओह मोजेस दा सतगुर है। ओह हजरत मुहम्मद साहब दा सतगुर है। ओह सारे भगतां दा सतगुर है। ओह गुरुआं दा सतगुर है। और सतगुर वो आ तू जुगा तू एक रब दी ऐसी पावर है जिहड़ी जोड़न वाली है। जैसा सतगुर सुनी दा तैसो ही मैं रीठ विछड़िया मेले अपने नाल नहीं मेले प्रभु। वो जिहड़ा सतगुर जुगां जुगां तू पावर है रब है आप वो सतगुर की गल है भी वो जिहड़ा सतगुर है जुग जुग तू आ रहा। और ओनू ही सुखमनी साहब नमस्ते कर रहा पहला आदुरे नमः जुगा गुरे नमः सतगुरे नमः श्री कदी सुखमनी साहब के पाठ करने वालियां नूं असीं बेनती करते हैं कदी बुझिया शुरू तो कि सुखमनी साहब का पाठ कित्थों चलता है। बाबे नानक का हुक्म कमाउणा पैना अकली पढ़ के पढ़ के होर गल्लां माया के रास्ते च पै जाएगा। साढ़े ज्ञान च शैतान नूं माया किया है। मुसलमानां च इनू शैतान किया है। क्रिश्चियनिटी च इनू गोस्ट किया है। इस करके ऐसे डरावने रास्ते तो तू पै गया माया तो बाद जिहड़ी माया है यही शैतान है ये होर रास्ता है। इस करके जिहड़ा सतगुर है जे सतगुर नूं समझ गए सारी बाणी कड़ियां वांगू खुल जाएगी। आ देखो हुण खुलण लगा सतगुर
ਬਾਬੇ ਨਾਨਕ ਦਾ ਸ਼ਬਦ ਹੈ। ਅਸੀਂ ਬੜੇ ਨਿਮਰ ਭਾਵਨਾ ਦੋਹਾਂ ਜਥਿਆਂ ਨੂੰ, ਦੋ ਟੋਲੇ ਐਸੇ ਨਾਮ ਜਪਣ ਵਾਲਿਆਂ, ਨਾ ਮਾਸ ਖਾਂਦੇ ਨਾ ਸ਼ਰਾਬ, ਔਰ ਐਸੇ ਕਿਰਤੀ ਨੇ ਸਾਰੇ। ਉਹ ਹੈ ਰਾਧਾ ਸਵਾਮੀ ਟੋਲਾ ਤੇ ਨਾਮਧਾਰੀਆ ਟੋਲਾ, ਔਰ ਉਹ ਇੱਕੋ ਇਸੇ ਸਤਿਗੁਰ ਤੋਂ ਖਿੱਚੇ, ਉਹ ਬੰਦੇ ਨੂੰ ਸਤਿਗੁਰ ਕਰ ਲੈ। ਬਾਬਾ ਨਾਨਕ ਆਪਣੇ ਆਪ ਨੂੰ ਨਹੀਂ ਕਹਿ ਸਕਦਾ ਵੀ ਜਿੱਥੇ ਸਤਿਗੁਰ ਦਾ ਨਾਂ ਆ ਜੇ ਆਪ ਸਤਿਗੁਰ ਨਹੀਂ। ਸਤਿਗੁਰ ਬਾਬਾ ਨਾਨਕ ਨਹੀਂ ਹੈ। ਸਤਿਗੁਰ ਦੀ ਡੈਫੀਨੇਸ਼ਨ ਆ ਸਦਾ ਸਦਾ ਹੈ, ਔਰ ਜੁਗ ਜੁਗ ਪੀढ़ी ਚੱਲੇ ਸਤਿਗੁਰ ਕੀ, ਜੁਗਾਂ ਜੁਗਾਂ ਤੋਂ ਹੈ। ਔਰ ਉਹ ਜੋ ਸਤਿਗੁਰ ਹੈ ਉਹਨੂੰ ਹੀ ਨਮਸਕਾਰ ਕਰ ਰਿਹਾ। ਗੌੜੀ ਸੁਖਮਣੀ ਆਦਿ ਗੁਰੇ ਨਮੈ ਜੋਗਾ ਗੁਰੇ ਨਮੈ ਸਤਿਗੁਰੇ ਨਮੈ ਸ੍ਰੀ ਗੁਰਦੇਵ। ਉਹੀ ਸਾਡਾ ਸ੍ਰੀ ਗੁਰਦੇਵ ਹੈ, ਉਹੀ ਗੁਰੂ ਹੈ। ਇਸ ਕਰਕੇ ਉਹ ਜਿਹੜਾ ਸਤਿਗੁਰ ਆ ਉਹ ਐਸਾ ਹੈ। ਪਹਿਲਾਂ ਸਾਨੂੰ ਰੱਬ ਬਹੁਤ ਵੱਡੀ ਚੀਜ਼ ਹੈ। ਅਸੀਂ ਰੱਬ ਨਹੀਂ ਪਹਿਲਾਂ ਧਾਰ ਸਕਦੇ, ਬਹੁਤ ਵੱਡੀ ਸਤਿਗੁਰੂ ਦੀ ਪਾਵਰ ਸਮਝ ਆ ਰਹੀ ਕਿ ਸਤਿਗੁਰੂ ਨੂੰ ਭੇਟਣਾ। ਸਤਿਗੁਰ ਅੰਦਰ ਹੈ ਸਾਡੇ, ਸਤਿਗੁਰ ਸਦਾ ਸਦਾ। ਸਤਿਗੁਰੂ ਕੋਈ ਗੁਰੂ ਨਹੀਂ ਹੈ। ਇਸ ਕਰਕੇ ਸਤਿਗੁਰ ਕੀ ਹੈ? ਗੁਰੂ ਰਾਮਦਾਸ ਸਾਹਿਬ ਕਹਿੰਦੇ ਪਹਿਲੇ ਇਹਨੂੰ ਸਤਿਗੁਰੂ ਨੂੰ ਰੱਬ ਮੰਨ ਲੈ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਰਾਮ ਹਮ ਸਤਿਗੁਰ ਪਾਰ ਅਸੁੱਧ ਮਤ ਹੋਤੇ, ਹਮ ਮੁਗਧ ਅਸੁੱਧ ਮਤ ਹੋਤੇ। ਰਾਮਦਾਸ ਕਹਿੰਦੇ ਅਸੀਂ ਮੂੜ ਸੀ, ਸ਼ਰਦ ਸੀ, ਮੁਗਧ ਸੀ, ਬੇਵਕੂਫ ਸੀ। ਪਰ ਜਿਹੜਾ ਗੁਰ ਸਤਿਗੁਰ ਦਾ ਬਚਨ ਸੀ, ਗੁਰਮੰਤਰ, ਗੁਰ ਸਤਿਗੁਰ ਕੇ ਬਚਨੇ ਹਾਰ ਹਮ ਜਾਣੇ। ਉਹਨੇ ਜਿਹੜਾ ਗੁਰਮੰਤਰ ਦਿੱਤਾ, ਜਿਹੜਾ ਪਰਮੇਸ਼ਰ ਦਾ ਨਾਮ ਦਿੱਤਾ ਉਹਨੇ ਜਪਣ ਨੂੰ, ਉਹਦੇ ਨਾਮ ਹਰ ਨੂੰ ਫੜ ਲਿਆ। ਗੁਰ ਸਤਿਗੁਰ ਕੇ ਬਚਨੇ ਹਾਰ ਹਮ ਜਾਣੇ, ਪਰ ਰਾਮ ਹਮ ਸਤਿਗੁਰ ਪਾਰ ਕਰ ਮਾਨੇ। ਆ ਜਿਹੜੇ ਟੋਲੇ ਸੀ ਜਦ ਗਾਂ ਸਾਰੇ ਆ ਰਹੇ, ਇਹ ਸਤਿਗੁਰ ਨੂੰ ਸੀ ਭੇਟਦੇ। ਬਾਬਾ ਨਾਨਕ ਨਾ ਆਪਣੇ ਸ਼ਬਦ 'ਚ ਵੰਗਾਰ ਪਾਈ ਹੋ, ਤੁਸੀਂ ਗ੍ਰਹਿ ਤਜ ਰਹੇ ਹੋ, ਧਰਮ ਗਵਾਇਆ, ਪਰ ਤੁਸੀਂ ਸਤਿਗੁਰ ਤੇ ਭੇਟਿਆ ਨਹੀਂ ਹੈ। ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟਾ। ਤੁਸੀਂ ਆਪਣੇ ਆਪਣੇ ਬੰਦੇ ਸਤਿਗੁਰ ਬਣਾਏ। ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟਾ। ਤੁਸੀਂ ਤੇ ਦੁਰਮਤ ਦੀ ਭੈੜੀ ਮੱਤ ਦੀ ਘੁੰਮਣ ਘੇਰੀ 'ਚ ਫਸ ਗਏ ਹੋ। ਘੁੰਮਣ ਘੇਰੀ ਕਹਿੰਦੇ ਆ ਵਰਲਪੂਲ ਨੂੰ। ਦਰਿਆ 'ਚ ਐਸੀ ਘੁੰਮਣ ਘੇਰੀ, ਗੋਲ ਪਾਣੀ ਡਿੱਗਦਾ, ਜੇ ਕਿਤੇ ਬੰਦਾ ਤਰਨ ਵਾਲਾ ਉਸ ਘੁੰਮਣ ਘੇਰੀ 'ਚ ਪੈ ਜੇ ਉਹਨੂੰ ਠਾਂ ਦੀ ਠਾਂ ਹੀ ਲੈ ਜਾਂਦੀ। ਉਹਨੂੰ ਘੁੰਮਣ ਘੇਰੀ ਕਹਿੰਦੇ ਆ। ਕਹਿੰਦੇ ਜੇ ਸਤਿਗੁਰੂ ਨੂੰ ਨਾ ਸਮਝਿਆ, ਸਾਰੀ ਸਿੱਖੀ ਘੁੰਮਣ ਘੇਰੀ 'ਚ ਪਈ ਹੈ। ਕਦੀ ਕਿਤਾਬਾਂ ਨੂੰ ਸਤਿਗੁਰੂ, ਕਦੀ ਬਾਬਾ ਨਾਨਕ, ਕਦੀ ਭਾਈ ਗੁਰਦਾਸ ਬਣਾਉਂਦਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ। ਬਾਣੀ ਨਹੀਂ ਹੈ ਮੰਨਦੀ। ਬਾਣੀ ਤੇ ਅਸੀਂ ਉਦਾਹਰਨ ਤਾਂ ਦੇ ਰਹੇ ਹਾਂ। ਸਤਿਗੁਰ ਬਹੁਤ ਵੱਡੀ ਚੀਜ਼ ਆ, ਔਰ ਸਾਰਿਆਂ ਭਗਤਾਂ ਦਾ ਉਹ, ਸਭ ਦੁਨੀਆ ਦਾ ਉਹ। ਇਹ ਸਤਿਗੁਰ ਯੂਨੀਵਰਸਲ ਸਤਿਗੁਰ, ਸਾਰੀ ਮੈਨਕਾਈਂਡ ਦਾ ਇਹ ਸਤਿਗੁਰ। ਇਹ ਰੱਬ ਦੀ ਇੱਕ ਲੈਫਟੀਨੈਂਟ ਪਾਵਰ ਹੈ ਜਿਹੜੀ ਦੁਨੀਆ ਨੂੰ ਤਾਰਨ ਆਉਂਦੀ ਆ। ਕਾਰਨ ਕਰਾਵਨ ਸਗਲ ਵਿਦ ਸੋ ਸਤੇ ਗੁਰੂ ਹਮਾਰਾ। ਔਰ ਇਹ ਸੈਲਫ ਐਕਸਪਲੇਨੇਟਰੀ ਲਫ਼ਜ਼ ਹੈ। ਦਰਸ਼ਨ ਕਰੋ ਇਹਦੇ ਸਪੈਲਿੰਗ ਦੇ। ਇਹ ਹੈ ਸੱਤੇ ਗੁਰ। ਸੱਤੇ ਕਹਿੰਦੀ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ, ਜਿਹਦੀ ਸਦਾ ਹੀ ਹੋਂਦ ਹੈ, ਜਿਹੜਾ ਮਿਟਦਾ ਨਹੀਂ ਹੈ, ਸੱਤੇ ਹੈ ਔਰ ਉਹ ਗੁਰ ਹੈ। ਇਸ ਕਰਕੇ ਸੱਤੇ ਗੁਰ ਉਸ ਨੂੰ ਤਾਕਤ ਨੂੰ ਤੂੰ ਭੇਟਦਾ ਨਹੀਂ ਹੈ। ਗ੍ਰਹਿ ਧਰਮ ਆਏ ਸੱਤੇ ਗੁਰ ਨਾਮ, ਗ੍ਰਹਿ ਧਰਮ ਆਏ ਸੱਤੇ ਗੁਰ ਨਾਮ ਭੇਟ। ਦੁਰਮਤਿ ਘੂਮਣ ਮਨਮੁਖ ਲਹਿਰੇ ਘਰ ਤਜੇ ਉੱਚੇ ਕਹਿੰਦੇ ਵਿਗੜ ਗਏ। ਮਨਮੁਖ ਲਹਿਰੇ ਘਰ ਤਜੇ। ਜਿਹੜਾ ਸਤਿਗੁਰ ਹੈ, ਬਾਬੇ ਨਾਨਕ ਦੀ ਅਸੀਂ ਤੁਕ ਦਾਂਗੇ ਤਾਂ ਕਿ ਅਸੀਂ ਸਮਝ ਸਕੇ ਵੀ ਬਾਬਾ ਨਾਨਕ ਆਪਣੇ ਆਪ ਨੂੰ ਸਤਿਗੁਰ ਕਹਿੰਦਾ। ਉਹ ਕਹਿੰਦਾ ਸਤਿਗੁਰ ਕੀ ਐਸੀ ਵਡਿਆਈ, ਸਤਿਗੁਰ ਕੀ ਐਸੀ ਵਡਿਆਈ, ਸਤਿਗੁਰ ਕੀ ਐਸੀ ਵਡਿਆਈ।
ਕਲੱਤਰ ਕਹਿੰਦੇ ਵਾਈਫ ਨੂੰ, ਪੁੱਤਰ ਕਲੱਤਰ ਵਿੱਚੇ ਕੱਤ ਪਾਈ। ਹੁਣ ਤੁਸੀਂ ਦੱਸੋ, ਕੋਈ ਸਾਡਾ ਪੰਜਾਬ ਦਾ ਸੰਤ ਸਮਾਜ ਜਿਹਨੂੰ ਪਗੜੀਆਂ ਬਣਾਉਂਦੇ ਆ, ਉਹਨੂੰ ਬਣਾਉਂਦੇ ਨਹੀਂ ਜਿੰਨ ਚੱਕਰ ਜਿਹਨੇ ਵਿਆਹ ਨਾ ਕਰਾਇਆ ਹੋਵੇ ਇਸ ਲਾਈਨ 'ਚ, ਉਹ ਸੰਤ ਸਮਾਜ 'ਚ ਐਂਟਰ ਹੋ ਸਕਦਾ। ਇਸ ਕਰਕੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਤੁਹਾਡੀ ਕਲੱਤਰ ਕਿੱਥੇ ਹੈ ਤੇ ਪੁੱਤਰ ਕਿੱਥੇ ਹੈ। ਪੁੱਤਰ ਕਲੱਤਰ ਵਿੱਚੇ ਕੱਤ ਪਾਈ ਤੇ ਸਤਿਗੁਰ ਸਾਰੇ ਗੁਰੂਆਂ ਨੇ ਪੁੱਤਰ ਕਲੱਤਰ ਹਰ ਚਾਰ ਸਾਹਿਬਜ਼ਾਦੇ ਕੈਸੇ ਕੜੇ ਸਾਰੇ ਗੁਰੂ ਸਾਰਿਆਂ ਜਨਾਂ ਨੇ ਗ੍ਰਸਤ ਕੀਤਾ ਸਾਰਾ। ਉਹ ਸਤਿਗੁਰ ਦੇ, ਉਹ ਸਤਿਗੁਰ ਨੂੰ ਮੰਨਣ ਵਾਲੇ ਸੀ ਜਿਹਨੂੰ ਬਾਬਾ ਨਾਨਕ ਕਹਿੰਦਾ ਸਤਿਗੁਰ ਪੁੱਤਰ ਕਲੱਤਰ ਵਿੱਚੇ ਕੱਤ ਪਾਈ। ਉਹ ਸਤਿਗੁਰ ਨੂੰ ਭੇਜਣਾ ਹੈ। ਨਾਨਕ ਸਤਿਗੁਰ ਭੇਟਿਆ। ਤੁਹਾਡੇ ਵਾਂਗੂ ਸਾਧੂ ਨਹੀਂ ਬਣਨਾ, ਅਸੀਂ ਕੁਛ ਨਹੀਂ ਛੱਡਣਾ। ਦੇਖੋ ਕਿਆ ਮਾਰ ਕੇ ਦੀ ਸ਼ਬਦ ਸਾਡੀ ਲਾਈਨ ਕੀ ਹੈ, ਜੇ ਤੂੰ ਸਾਰੀ ਸਿੱਖੀ ਹੀ ਡੀਰੇਲ ਹੋਈ ਹੈ। ਸਤਿਗੁਰ ਨਾਨਕ ਨਾਨਕ ਸਤਿਗੁਰ ਭੇਟਿਆ ਨਾਨਕ ਸਤਿਗੁਰ ਨਹੀਂ ਹੈ। ਨਾਨਕ ਛਾਪ ਉੱਤੇ ਗੂਠਾ ਰੱਖ ਰੋ ਨਹੀਂ ਪੜਨਾ। ਜਿੱਦਾਂ ਪੋਇਟਰੀ ਦੇ ਵਿੱਚ ਛੋਟਾ ਨਾਮ ਲਾਉਂਦੇ ਹੈ, ਕਵਿਤਾ ਦੇ ਵਿੱਚ ਜਾਂ ਪੋਇਮ ਦੇ ਵਿੱਚ ਜਾਂ ਨਜ਼ਮ ਦੇ ਵਿੱਚ ਸ਼ਾਇਰ ਤਖੱਲਸ ਲਾਉਂਦੇ ਆਪਣਾ ਛੋਟਾ ਨਾਂ। ਇਹ ਨਾਨਕ ਜੋਤ ਦੀ ਬਾਣੀ ਆ, ਨਾਨਕ ਸਤਿਗੁਰ ਨਹੀਂ ਹੈ। ਉਹ ਜੋਤ ਕਹਿ ਰਹੀ ਹੈ ਨਾਨਕ ਸਤਿਗੁਰ ਛੱਡ ਦਿੱਤਾ। ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ। ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ। ਇਹ ਦੁਰਮਤਿ ਘੂਮਣ ਤੇਰਾ, ਦੁਰਮਤਿ ਘੂਮਣ ਤੇਰਾ। ਆਗੇ ਪਾਠ ਕਰਨ ਵਾਲੇ ਹੁਣ ਦਸਾਂਤਰ ਭਾਵੇ ਪਾਠ ਪੜ੍ਹੇ ਦੇਸਾਂ ਦੇਸਾਂ 'ਚ ਫਿਰਦੇ ਸੀ ਔਰ ਮਾਰ ਜਿਹੜੇ ਗ੍ਰੰਥਾਂ ਦੇ ਪਾਠ ਕਰੀ ਜਾਂਦੇ ਸੀ ਬ੍ਰਾਹਮਣ। ਹੁਣ ਦੂਸਰੀ ਤੁਕ ਉਹਨਾਂ ਦੀ ਆਏ ਵੀ ਤ੍ਰਿਸ਼ਨਾ ਹੋਏ ਵਧੇਰੇ, ਤੁਹਾਡੇ ਤੇ ਹੋਰ ਅੰਦਰ ਗਰੀਡ ਪੈਦਾ ਹੋ ਗਈ, ਤੁਸੀਂ ਹੋਰ ਲਾਲਚ ਵੱਧ ਗਿਆ ਤੁਹਾਡੇ ਅੰਦਰ। ਦਸਾਂਤਰ ਭਾਵੇ ਪਾਠ ਪੜ੍ਹੇ ਥਾਕਾ, ਪਾਠ ਪੜ੍ਹੇ ਥਾਕਾ ਪਾਠ ਪੜ੍ਹੇ। ਉਹ ਤਿੰਨ ਗੁਰੂ ਗ੍ਰੰਥ ਸਾਹਿਬ ਖੋਲ੍ਹੇ ਜਾਂਦੇ ਉਹਨਾਂ ਦੇ ਫੰਡ ਤੇ। ਇੰਨੀਆਂ ਡਿਊਟੀਆਂ ਲੱਗਦੀਆਂ, ਇੰਨੀਆਂ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ। ਕੋਈ ਧੂਪ ਦੇਣ ਵਾਲਾ, ਕੋਈ ਪੋਥੀ ਦਾ ਪਾਠ ਕਰਨ ਵਾਲਾ, ਕੋਈ ਖੰਡ ਪਾਠ ਇਕੱਠੇ ਚੱਲ ਰਹੇ ਔਰ ਉਹਨਾਂ ਦੀਆਂ ਡਿਊਟੀਆਂ ਬਦਲੀਆਂ, ਰੌਲਾਂ ਬਦਲੀਆਂ। ਉਹ ਥੱਕੇ। ਮੈਂ ਸਾਨ ਫਰਾਂਸਿਸਕੋ ਗਿਆ ਜਿੱਥੇ ਮੈਂ ਪਹਿਲੀ ਵਾਰੀ ਲੈਂਡ ਕੀਤਾ 30 ਸਾਲ ਪਹਿਲਾਂ। ਉੱਥੇ ਬਹੁਤ ਭਾਰਾ ਹੁਣ ਸਾਰਾ ਗੁਰਦੁਆਰਾ ਬਣ ਗਿਆ ਸਾਰਾ। ਮੇਰਾ ਲੜਕਾ ਉੱਥੇ ਦੇਖਣ ਗਿਆ। ਸਾਡੀ ਬੀਤੀਆਂ ਤਾਂ ਰਿਕਾਰਡ ਕਰਾ ਰਹੇ ਹਾਂ ਵੀ ਅੱਜ ਕੱਲ੍ਹ ਸਾਡੇ ਬੱਚੇ ਗਾਂ ਸਾਰੀਆਂ ਆਹ ਚੀਜ਼ਾਂ ਸਮਝਣਗੇ ਵੀ ਕੀ ਕਰ ਰਹੀ ਸਿੱਖੀ। ਉਹ 100 ਪਾਠ ਰੱਖਿਆ ਉੱਥੇ ਸਾਨ ਫਰਾਂਸਿਸਕੋ ਦੇ ਏਰੀਏ 'ਚ ਔਰ 100 ਦਾ ਭੋਗ ਪਿਆ ਉੱਦਣ। ਮੇਰਾ ਲੜਕਾ ਗਿਆ, ਕਹਿੰਦੀ ਇੱਥੇ ਅੱਜ ਬੜੀ ਰੌਣਕ ਹੈ। ਕਹਿੰਦੀ 100 ਭਾਈ ਸਾਹਿਬ 100 ਖੰਡ ਪਾਠ ਦਾ ਭੋਗ ਪਿਆ ਅਤੇ ਕਹਿੰਦੇ ਪਾਠ 'ਚ ਹੁਣ ਵੀ ਚੱਲ ਰਿਹਾ। ਉਹ ਕਹਿੰਦੇ ਨਹੀਂ ਕਾਕਾ, ਕਈ ਪਾਠੀ ਸੁੱਤੇ ਫੜੇ ਗਏ ਸੀ, ਇਸ ਕਰਕੇ ਉਹਨਾਂ ਦੇ ਸੁਧਾਈ ਲਈ 102ਵਾਂ ਪਾਠ ਸੁੱਤੇ ਫੜੇ ਗਏ ਸੀ। ਉਹ ਹੈ ਪਾਠ ਪੜ੍ਹੇ ਥਾਕਾ ਪਾਠ ਪੜ੍ਹੇ ਥਾਕਾ ਪਾਠ ਪੜ੍ਹੇ ਤੇ ਸੰਤਰ ਭਵੇ ਪਾਠ ਪੜ੍ਹੇ ਥਾਕਾ ਤ੍ਰਿਸ਼ਨਾ ਹੋਇ ਵਧੇਰੇ।
शब्द ते जिहड़ा गुरमंत्र जपण वाला वो ते इन्हें चीनिया नहीं पछाणिया नहीं। काची पिंडी शब्द ना बहुत सारा आत्म चीनी चीनी का लफ्ज आएगा। चीनी का मतलब नहीं है भी चीना कबूतर भी होंगे है। चीना चीना चीनना मैंने रिकॉग्नाइज करना पछानना अपना आप ही पछाणदा नहीं। काची पिंडी शब्द ना ये शब्द की पछाण नहीं करता भी जब शब्द के ददे नूं औंकड़ है। दो किस्म के शब्द है सारी बाणी च, एक ज्ञान देणगे एक जपण वाला शब्द है। आ सारा एडा लम्मा शब्द ये भी शब्द है पर ये ज्ञान दे रहा है कि ये एक शब्द के जपण नाल इस करके वो जो शब्द है वो दद्दे नूं औंकड़ होएगा। वो शब्द इक्को ही है और जप साहब इक्को बारी शब्द आया है वो है घड़िया शब्द सच्ची टकसाल। इक्को बारी शब्द लफ्ज आया इस करके जो शब्द है उन्होंने हार्ड एंड फास्ट लाइन सारी बाणी च कढ़ के ज्ञान देने वाले शब्द सारे अलहदा है लेकिन वो एक शब्द के जपण का ज्ञान देंगे। इस करके जिथे शब्द जपण वाला है उत्थे जपण का ही मतलब होएगा। जिथे शब्द ज्ञान देने वाला है वो सारे शब्द ही शब्द है साढ़े कोल। इस करके और ये शब्द कलयुग च आया सिर्फ असी वड्याई इन्हां शब्दां दी तां कढ रहे हैं। सतयुग त्रेता द्वापर का कोई शब्द लभ के दसदा ये धन है श्री गुरु ग्रंथ साहब जी इन्ने शब्द कलयुग च आए और गुरमुखी लिपि जाए और गुरुआं भगतां गुरुआं ने इन्नी मेहनत करके बाकी सूबियां हिंदुस्तान के जिथे भी किसी भगत नूं शब्द आए इकट्ठे कर दिते। लेकिन शब्द है सिखां दी बाणी च शब्द नहीं देखोगे, भट्टां दी बाणी च किते होर शब्द नहीं देखोगे। और जिहड़ा तत्करा इंडैक्स बनिया गुरु ग्रंथ साहब का सब तो पहले शब्द आएगा फिर बाकी छंद छक्के वारां कई कुछ बारलियां बस शब्द ही वड्याई है। ये शब्द सिर्फ गुरुआं नूं आए भगतां नूं आए और उन्हां दे शब्द नहीं है। अकाल पुरख दे जैसे में आवे खसम की बाणी तैसर करी ज्ञान वे लाल। ये जिहड़ा शब्द है एक युग पुरुष है दुनिया का जिहड़ा भगतां नूं शब्द नहीं किसी भट्टां नूं शब्द नहीं आया। कोई शब्द होर नहीं किसी ने देखोगे। धन गुरु गोबिंद सिंह साहब जी जिन्होंने शब्द और यो शब्द उन्होंने लिखे रे मन ऐसो कर सन्यासा बन से सदन सबे कर समझो मन ही माहे उदासा जत की जटा जोग के मजन। आ गुरु गोबिंद सिंह साहब के शब्द कभी सुंदर गुटकी च पढ़िया करो। उन्होंने शब्द सब तो वड्डे और शब्द आए उस तरह रहा होगा पर बिच नानक छाप नहीं होएगी। उन्होंने मुकाबला नहीं किया अपने शब्द उन्होंने शब्द ऐसे है जोड़े बिल्कुल बाणी ना मिलते। आ बाबे नानक का शब्द है उधर तुसी गुरु गोबिंद सिंह साहब जी का शब्द मैं हुणे दसदा पढ़ के टैली करो भी वो भी कहती है भी तेरे जोड़ा घर है यो ही रात का जोड़ा रात जंगल तेरे लिए बन जाता है घर और तू घर ना छड्ड घर दे विच ही भगती कर ऐसा सन्यास कर रे मन ऐसो कर सन्यासा बन से सदन सदन कहते हैडकुआटर नूं बन नूं ना हैडकुआटर बना बन से सदन सबे कर समझो और मन ही माहे उदासा रहाओ लाया। जत की जटा जोग के मजन नेम के नखन बढ़ाओ ज्ञान गुरु आत्म उपदेशो नाम पपूत लगाओ अल्पहार सुलभ सी निंद्रा दया क्षमा तन प्रीत शील संतोख सदा निर्वाहबो वैभो त्रैगुण अतीत काम क्रोध अहंकार लोभ हठ मोह न मन सो लावै तब ही आत्म तत्व को दर्शाए परम पुरख को पावे। वो परम पुरख के आशिक सी एक अकाल की पूजा करते सारी सिक्खी सारी बाणी एक ना जोड़ती है सानू। तो इस करके उन्होंने भी सन्यासियों ते लाया और इधर भी आ बाबे का शब्द असीं पढ़ रहे हैं बाबा ऐसी सन्यासी कौन थे? चार आश्रम हिंदुओं च बड़े मशहूर है। पहला ब्रह्मचारी आश्रम दूसरा गृहस्थ आश्रम फिर गृहस्थ छड़ जाते थे वानप्रस्थ आश्रम फिर सन्यास आश्रम। चार आश्रमां ये गृहस्थ छड़ देंगे सी सब कुछ जंगलों चले जाते सी। महाराज ने कहते ये सन्यास नहीं है आप सन्यासी केड़ा ऐसी रबत ऐसी चालियां ते तुर तू बाबा ऐसी रबत केड़ी रबत है गुर के सब ते तेरे नाम मेरा ते पचासी
ਦਾ ਐਕਸਲ। ਜਿੱਦਾਂ ਪਹੀਆ ਸਾਰਾ ਐਕਸਲ ਦੇ ਦੁਆਲੇ ਘੁੰਮਦਾ ਹੈ, ਇਸ ਤਰ੍ਹਾਂ ਸਾਰਾ ਸ਼ਬਦ ਰਹਾਉ ਦੇ ਦੁਆਲੇ ਘੁੰਮਦਾ ਹੈ। ਰਹਾਉ ਤੱਤ ਵਸਤੂ ਹੈ, ਰਹਾਉ ਸਮਝ ਕੇ ਸਾਰਾ ਸ਼ਬਦ ਰਹਾਉ ਲਈ ਹੀ ਲਿਖਿਆ ਗਿਆ ਹੁੰਦਾ। ਰਹਾਉ ਦੀ ਤੁਕਾਈ ਬਾਬਾ ਲਫ਼ਜ਼ ਆ ਗਿਆ। ਅਸੀਂ ਸਦਾ ਲਈ ਦੱਸ ਦਈਏ, ਬਾਬਾ ਬੜੇ ਬੜੇ ਬ੍ਰਹਮ ਬੇਤਿਆਂ ਨੂੰ ਕਿਹਾ ਸ਼ਬਦਾਂ 'ਚ। ਬਾਬਾ ਕਬੀਰ ਸਾਹਿਬ ਨੇ ਵੀ ਕਿਹਾ, ਬੋਲਤੇ ਥੇ ਕਹਾਂ ਗਏ। ਉਹਨਾਂ ਦਾ ਬ੍ਰਹਮ ਵੱਡਾ ਬੇਤਾਬ ਸਾਧੂ ਮਰ ਗਿਆ ਤੋਂ ਬਾਅਦ ਕਹਿੰਦੇ ਤੇ ਕਥਾ ਕਰਦਾ ਸੀ, ਐਸਾ ਸੋਹਣਾ ਇਹਦੇ ਅੰਦਰ ਅੰਮ੍ਰਿਤ ਵਰਦਾ ਸੀ, ਇਹ ਕਿੱਥੇ ਚਲੇ ਗਏ ਬੋਲਣ ਵਾਲੇ ਦੀ ਸ਼ਕਤੀ। ਬਾਬਾ ਬੋਲਤੇ ਥੇ ਕਹਾਂ ਗਏ, ਉੱਥੇ ਬਾਬਾ ਉਹਨਾਂ ਨੇ ਲਿਖਿਆ। ਸਾਡੇ ਲਈ ਲਿਖਿਆ ਰੇ ਮੂੜੇ ਤੋ ਜੇ ਘਾੜੀ ਨਾ ਰੱਖੇ ਕੋਈ, ਕਾਢੋ ਕਾਢੋ। ਇਸ ਕਰਕੇ ਰਹਾਉ ਦੇ ਵਿੱਚ ਜਿੱਥੇ ਬਾਬਾ ਆ ਜਾਏ, ਉਹ ਬੜੇ ਬੜੇ ਬ੍ਰਹਮ ਬੇਤਿਆਂ ਲਈ ਸ਼ਬਦ ਆ। ਔਰ ਉਹਨਾਂ ਲਈ ਖੋਜਣ ਲਈ ਹੈ ਵੀ ਬਾਬੇ ਉਹ ਤੁਸੀਂ ਇਹ ਜਿਹੜੇ ਵੱਡੇ ਬ੍ਰਹਮਾ ਬਚਨ ਆ ਜੋਗੀ ਆ ਜਿਹੜੇ ਵੱਡੇ ਬਾਬੇ ਜੋਗ, ਤੁਸੀਂ ਨਾਲੇ ਇੱਜ਼ਤ ਦਾ ਲਫ਼ਜ਼ ਦੇ ਗਏ, ਨਾਲੇ ਦੇਖਿਓ ਕਿੰਨੇ ਭਰਮ ਕੱਟ ਰਹੇ ਨੇ। ਔਰ ਬਾਬਾ ਜਿੱਥੇ ਲਫ਼ਜ਼ ਆ ਜਾਏ, ਉਹ ਆ ਸ਼ਬਦ ਉਹਨਾਂ ਬੜੇ ਬੜੇ ਬ੍ਰਹਮ ਬੇਤਿਆਂ ਲਈ ਹੈ। ਬਾਬਾ ਐਸੀ ਰਬ ਮੇਰਾ ਸ਼ਬਦ ਨਹੀਂ ਕਹਿਣਾ, ਦੱਦੀ ਦੀ ਸਿਆਰੀ ਨਾ ਬੁਲਾਵਾਂਗੇ, ਅਰਥਾਂ ਦੇ ਅਨਰਥ ਹੋ ਜਾਣਗੇ। ਗੁਰ ਕੈ ਸ਼ਬਦ ਨਹੀਂ, ਗੁਰ ਕੈ ਸ਼ਬਦ ਦੇ। ਗੁਰੂ ਦੇ ਸ਼ਬਦ ਦੇ ਨਾਲ ਜਿਹੜਾ ਗੁਰਮੰਤਰ, ਜਿਹੜਾ ਬਚਨ, ਜਿਹੜਾ ਦੀਖਿਆ ਉਪਦੇਸ਼, ਕੋਈ 23 ਨਾਂ ਆਉਂਦੇ ਇਸ ਸ਼ਬਦ ਜਪਣ ਵਾਲੇ ਦੇ। ਗੁਰੂ ਗ੍ਰੰਥ ਸਾਹਿਬ 'ਚ 23 ਨਾਂ ਨੇ ਲਿਖੇ। ਇਸ ਕਰਕੇ ਸਾਰੇ ਇੱਕੋ ਜਪਣ ਵਾਲੇ ਸ਼ਬਦ 'ਤੇ ਬਣਨਗੇ। ਬਾਕੀ ਜਿਹੜਾ ਅਸੀਂ ਸ਼ਬਦ ਗਾ ਰਹੇ ਹਾਂ, ਇਹ ਮਹਾਰਾਜ ਨਾਲ ਜਿਹੜਾ ਸਾਡਾ ਸ਼ਬਦ ਆ ਉਹ ਵੀ ਅੱਖਰਾਂ 'ਚ ਹੈ। ਜਿਹੜੇ ਸਾਰੇ ਸ਼ਬਦ ਇਹ ਵੀ ਅੱਖਰਾਂ 'ਚ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ, ਗੁਣ ਗਾ, ਇਹ ਸਾਰੇ ਗੀਤ ਅੱਖਰਾਂ 'ਚ। ਜੇ ਅੱਖਰ ਨਾ ਹੁੰਦੇ ਤਾਂ ਸਾਡੇ ਤੱਕ ਇਹ ਗਿਆਨ ਨਹੀਂ ਸੀ ਪਹੁੰਚ ਸਕਦਾ। ਇਸੇ ਕਰਕੇ ਜਿਹੜਾ ਗਿਆਨ ਹੈ, ਦੀ ਸਮ ਟੋਟਲ ਆਫ ਹਿਊਮਨ ਨੌਲੇਜ ਸਿਸਟੇਮੈਟਿਕਲੀ ਅਰੇਂਜ ਇਜ਼ ਕਾਲਡ ਸਾਇੰਸ। ਸਾਇੰਸ ਦੀ ਡੈਫੀਨੇਸ਼ਨ ਕੀ ਹੈ? ਸਾਰਾ ਦੁਨੀਆ ਦਾ ਨੌਲੇਜ ਜਿਹੜਾ ਮੈਨਕਾਈਂਡ ਦਾ ਹੈ, ਹਿਊਮਨ ਨੌਲੇਜ ਸਿਸਟੇਮੈਟਿਕਲੀ ਅਰੇਂਜ, ਫਿਜ਼ਿਕਸ, ਕੈਮਿਸਟਰੀ, ਸਾਰੇ ਜਿੰਨੇ ਵੀ ਹੈ ਸਿਸਟੇਮੈਟਿਕਲੀ ਅਰੇਂਜ ਇਜ਼ ਕਾਲਡ ਸਾਇੰਸ। ਅਤੇ ਸਾਡੀ ਜਿਹੜੀ ਗੁਰਬਾਣੀ ਹੈ ਇਹ ਵੀ ਸਾਇੰਸ ਹੈ। ਇਹ ਵੀ ਸਿੱਸੇ ਛੰਦਾਂ, ਵਾਰਾਂ, ਛੱਕਿਆਂ, ਕਈਆਂ 'ਚ ਲਪੇਟ ਕੇ ਮਹਾਰਾਜ ਨੇ ਬ੍ਰਹਮ ਦਾ ਗਿਆਨ ਦਿੱਤਾ। ਔਰ ਇਹ ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗੇ ਗਾਵੇਂ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਦੇ ਰਹੇ ਨੇ ਮਹਾਰਾਜ। ਔਰ ਇਸ ਕਰਕੇ ਜਿਹੜਾ ਗਿਆਨ ਹੈ ਇਹ ਵੀ ਅੱਖਰਾਂ 'ਚ ਹੈ। ਜੇ ਅੱਖਰ ਨਾ ਹੁੰਦੇ ਗਿਆਨ ਸਾਡੇ ਤੱਕ ਪਹੁੰਚ ਨਹੀਂ ਸਕਦਾ। ਸਾਇੰਸ ਦੇ ਅੱਖਰ ਨਾ ਹੁੰਦੇ ਜਾਂ ਸਾਰੀ ਚੀਜ਼, ਗਿਆਨ ਐਸੀ ਚੀਜ਼ ਹੈ ਜਿਹੜਾ ਅੱਖਰਾਂ 'ਚ ਆਉਂਦਾ, ਬੰਦ ਹੈ। ਜਿੱਦਾਂ ਫੁੱਲ 'ਚ ਖੁਸ਼ਬੂ ਬੰਦ ਹੈ, ਅਗਰ ਫੁੱਲ ਨਾ ਹੋਵੇ ਖੁਸ਼ਬੂ ਉੱਡ ਜਾਏ, ਇਸ ਤਰ੍ਹਾਂ ਜੀ ਅੱਖਰ ਨਾ ਹੋਣ ਸਾਡੇ ਕੋਲ ਅਤੇ ਇਹ ਸਾਡਾ ਗਿਆਨ ਉੱਡ ਜਾਏ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਰੁਮਾਲੇ ਗੁਰੂ ਨਹੀਂ ਹੈ, ਚੌਰ ਗੁਰੂ ਨਹੀਂ ਹੈ, ਕੋਈ ਚੰਦੋਆ ਗੁਰੂ ਨਹੀਂ ਹੈ, ਕੋਈ ਕੁਛ ਨਹੀਂ, ਇਹਦੇ ਵਰਕੇ ਗੁਰੂ ਨਹੀਂ ਹੈ, ਇਹਦੇ ਅੱਖਰ ਗੁਰੂ ਹੈ ਜਿਹੜੇ ਗਿਆਨ ਦੇ। ਇਸ ਕਰਕੇ ਇਸੇ ਕਰਕੇ ਦਸਮ ਪਾਤਸ਼ਾਹ ਨੇ ਕਿਹਾ ਗਿਆਨ ਗੁਰੂ। ਇਸ ਕਰਕੇ ਜਿਹੜਾ ਗਿਆਨ ਹੈ ਅੱਖਰਾਂ 'ਚ ਬਣਦਾ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ, ਗੁਣ ਗਾ। ਅਸੀਂ ਹੁਣ ਗਿਆਨ ਦੇ ਗੀਤ ਪੜ੍ਹ ਰਹੇ ਹਾਂ ਮਹਾਰਾਜ ਦੇ। ਬਾਬਾ ਐਸੀ ਰਬ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਜੇ ਸ਼ਬਦ ਮੰਨ ਲਾਂਗੇ ਵੀ ਇਹ ਵੀ ਜਪ ਸਕਦੇ ਜੀ, ਇਹਦੇ ਨਾਲ ਲਿਵ, ਸ਼ਬਦਾਂ ਨਾਲ ਲਿਵ ਨਹੀਂ ਲੱਗਣੀ, ਏਕ ਸ਼ਬਦ ਦੀ ਲਿਵ ਲੱਗਦੀ ਹੁੰਦੀ ਹੈ। ਗੁਰੂ ਬਾਬਾ ਨਾਨਕ ਤੇ ਕਹਿੰਦਾ ਮੈਂ ਦੁਨੀਆ ਤੇ ਮੁੜ ਕੇ ਆਉਣਾ ਹੀ ਨਹੀਂ ਹੈ। ਏਕ ਸ਼ਬਦ ਮੇਰੇ ਪ੍ਰਾਨੇ ਬਸਤ ਹੈ ਬਹੁਤ ਜਨਮ ਨਾਮ। ਮੈਂ ਨਹੀਂ ਦੁਬਾਰਾ ਆਉਣਾ, ਕਿਉਂਕਿ ਮੈਂ ਇੱਕ ਸ਼ਬਦ 'ਤੇ ਲਿਵ ਲਾ ਕੇ ਉਹਦੇ ਨਾਲ ਜੁੜ ਗਿਆ। ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥੇ ਨਾਵਾਂ, ਏਕ ਸ਼ਬਦ ਮੇਰੇ ਪ੍ਰਾਨੇ ਬਸਤ ਹੈ ਬਹੁਤ ਜਨਮੇ ਨਾਮ। ਆਇਆ ਸ਼ਬਦ ਦਾ ਇਹ ਫਾਇਦਾ ਹੈ ਵੀ ਗੁਰ ਕੈ ਸ਼ਬਦੇ ਏਕ ਲਿਵ ਲਾਗੀ, ਤੇਰੇ ਨਾਮੇ ਰਤੇ ਤ੍ਰਿਪਤਾਸੀ। ਆ ਜਿੰਨੇ ਟੋਲੇ ਦੱਸੇ ਇਹਨਾਂ ਨੂੰ ਤ੍ਰਿਛਣ, ਇਹਨਾਂ ਨੂੰ ਸ਼ਾਂਤੀ ਨਹੀਂ ਆਏਗੀ। ਮਹਾਰਾਜ ਕਹਿੰਦੇ ਨਾਮ ਦੇ ਨਾਲ ਰੱਤੇ ਆ ਜਾ। ਦੋ ਸਟੇਜਾਂ, ਇੱਕ ਰੰਗਣ ਦੀ ਸਟੇਜ ਹੈ, ਇੱਕ ਰੱਤੇ ਦੀ ਸਟੇਜ ਹੈ। ਰੰਗੇ ਦੀ ਸਟੇਜ ਤੋਂ ਬਾਅਦ ਰੱਤੇ ਦੀ ਸਟੇਜ ਆਉਂਦੀ ਹੈ। ਔਰ ਉਹ ਫਿਰ ਰੱਬ ਨੂੰ ਟੁੱਟਦੇ ਨਹੀਂ ਆ। ਉਸੇ ਲਈ ਵਾਰਾਂ ਤੇ ਵਧੀਕ ਸਲੋਕ ਗੁਰੂ ਅਰਜਨ ਪਾਤਸ਼ਾਹ ਨੇ ਲਾਏ, ਰੱਤੇ ਸੇਈ ਜੇ ਮੁੱਖ ਨਾ ਮੁੜਨ
ਜਿਨ੍ਹਾਂ ਸੰਜਾਤਾ ਸਾਈਂ ਬਾਕੀ ਝੜ ਝੜ ਪੰਮਦੇ ਕੱਚੇ ਬਿਰਹੀ ਇਹਨਾਂ ਕਾਰ ਨਾ ਆਈ। ਇਸ ਕਰਕੇ ਜਿਹੜਾ ਰੱਤਾ ਸਟੇਜ ਹੈ ਇਹ ਗੁਰੂ ਨਾਨਕ ਦਾ ਆਪਣਾ ਲਫ਼ਜ਼ ਹੈ ਸਪੈਸ਼ਲ। ਜਾਂ ਫਿਰ ਬਾਬੇ ਫਰੀਦ ਨਾਲ ਪਹਿਲਾਂ ਵਰਤਿਆ ਰੱਤੇ ਦਾ ਲਫ਼ਜ਼। ਰੱਤੇ ਇਸ਼ਕ ਖੁਦਾਏ ਰੰਗੇ ਦੀਦਾਰ ਕੇ, ਪਹਿਲਾਂ ਰੰਗ ਆਏਗਾ ਫਿਰ ਰੱਤੇ ਜਾਣਗੇ। ਇੱਥੇ ਮਹਾਰਾਜ ਕਹਿੰਦੇ ਵੀ ਜਿੰਨ ਚਿਕਰ ਤੂੰ ਨਾਮ ਦੇ ਵਿੱਚ ਪਹਿਲਾਂ ਰੰਗ ਚੜੇਗਾ ਫਿਰ ਤੂੰ ਰੱਤੇ ਦੀ ਸਟੇਜ 'ਤੇ ਚੱਲ ਜਾਏਗਾ, ਤਾਂ ਤੇਰੇ ਅੰਦਰ ਤ੍ਰਿਪਤਾਸੀ ਤੈਨੂੰ ਸ਼ਾਂਤੀ, ਤਾਂ ਤੂੰ ਤ੍ਰਿਪਤ ਆ ਜਾਏਗਾ। ਬਾਬਾ ਐਸੀ ਸਾਰੇ ਟੋਲੇ ਡਿਸਕਸ ਕਰਕੇ ਮਗਰੋਂ ਨਾਮ ਦਾ ਉਪਦੇਸ਼ ਦੇਣਗੇ ਐਸ ਰਹਾਉ ਦੇ ਦੁਆਲੇ ਵੀ ਜੇ ਚਿਕਰ ਤੂੰ ਨਾਮ ਨਹੀਂ ਜਪਦਾ ਫਿਰ ਤੇ ਚੜ੍ਹਦਾ ਨਹੀਂ ਹੈ, ਤੇਰੀ ਤ੍ਰਿਸ਼ਨਾ ਨਹੀਂ ਮੁੱਕਣੀ। ਬਾਬਾ ਐਸੀ ਸਿਆਰੀ ਪਈ ਹੈ। ਦਰਸ਼ਨ ਕਰਕੇ ਆਪਣੇ ਹੱਥਾਂ 'ਚ ਪੜ ਕੇ ਨਾਮੇ ਰਤੇ ਨਾਮੇ ਰਤੇ ਤ੍ਰਿਪਤਾਸੀ, ਨਾਮ ਦੇ ਨਾਲ ਨਾਮੇ ਰਤੇ ਤ੍ਰਿਪਤਾਸੀ। ਆ ਮਹਾਰਾਜ ਨੇ ਪਹਿਲਾ ਪੜਿਆ ਵੀ ਹੁਣ ਆਹ ਸਾਰਾ ਸ਼ਬਦ ਹੈ। ਅਸੀਂ ਤੰਦ ਕੀ ਸ਼ੁਰੂ ਕੀਤਾ ਹੈ ਵੀ ਇੱਥੇ ਅਕਲ ਲਾਓ ਬੁੱਝਣ ਤੇ ਆਕਲੀ ਪੜ ਕੇ ਗੁਰੂ ਬਾਬਾ ਨਾਨਕ ਆਕਲੀ ਦੁਆਲੇ ਨਹੀਂ ਸੀ ਇਹ ਲੋਕ ਪਾਉਂਦੇ ਆ। ਤੁਕ ਦਾ ਗਿਆਨ ਦਿੱਤਾ ਰਹਾਓ ਦੇ ਵੀ ਅਸਲ ਚੈਨਲ ਕੀ ਹੈ, ਅਸਲ ਰਾਸਤਾ ਕੀ ਹੈ, ਉਹ ਹੈ। ਔਰ ਲੇਕਿਨ ਤੁਸੀਂ ਕੀ ਕਰ ਰਹੇ ਹੋ? ਮਨਮੁਖ ਲਹਿਰੇ ਘਰ ਤਜੇ ਮਨਮੁਖ ਲਹਿਰੇ ਘਰ ਤਜੇ ਮਨਮੁਖ ਆਵਰਾ ਘਰ ਗ੍ਰਹਿ ਧਰਮ ਗਵਾਏ ਸਤੇ ਗੁਰ ਨਾਮੇ, ਗ੍ਰਹਿ ਧਰਮ ਗਵਾਏ ਸਤੇ ਗੁਰ ਨਾਮੇ, ਦੁਰਮਤ ਕੂ ਮਨ ਕੀਰੈ ਦਸੰਤਰ ਭਾਵੇ ਪਾਠ ਪੜੇ ਥਾਕ ਦੇ ਸੰਤਰ ਭਾਵੇ ਇਹ ਪਾਠ ਪੜੇ ਥਾਕ ਪਾਠ ਪੜੇ ਥਾਕ ਪਾਠ ਪੜੇ ਥਾਕ ਇਹ ਤ੍ਰਿਸ਼ਨਾ ਹੋਈ ਬਧੇਰੇ ਕਾਚੀ ਪਿੰਡੀ ਸ਼ਬਦ ਨਾ ਕੀਨੈ ਕਾਚੀ ਪਿੰਡੀ ਸ਼ਬਦ ਨਾ ਕੀਨੈ। ਔਰ ਪਸ਼ੂਆਂ ਨੂੰ ਢਿੱਡ ਭਰ ਕੇ ਸੌਂਦਾ ਹੈ। ਉਧਰ ਭਾਰੇ ਜੈਸੇ ਢੋਰਾ, ਜਿਹਦਾ ਮੈਂ ਰਾਤ ਨੂੰ ਰੱਜ ਕੇ ਖਾ ਕੇ ਫੰਕਾਰੇ ਮਾਰਦੀ ਨਾ ਸਾਰੀ ਰਾਤ, ਉਹ ਮਹਾਰਾਜ ਲਫੜ ਲੈਂਦੇ ਆ। ਉਧਰ ਭਾਰੇ ਜੈਸੇ ਢੋਰਾ, ਉਧਰ ਭਾਰੇ ਜੈਸੇ ਢੋਰਾ, ਕਹਿੰਦੇ ਵਾ ਰਹਾ ਦੀ ਤਕਾਲਾ ਬਾਬਾ ਐਸੀ ਉਤਲਾ ਟੋਲੇ ਦਾ ਜਿਹੜਾ ਸਾਰਾ ਕੰਮ ਕਰ ਦੇਖ ਕੇ ਫਿਰ
ਡੜਿਆ ਕੇ ਰਹਾਉ ਮੂੰਹੋਂ ਨਿਕਲਦਾ ਹੈ ਵੀ ਮੈਂ ਫਿਰ ਕਿਹੜੇ ਰਾਸਤੇ ਤੇ ਪਾਵਾਂ। ਅਗਲੇ ਮਹਾਰਾਜ ਕਹਿੰਦੇ ਆ ਲੈ ਜਵਾਬ, ਬਾਬਾ ਐਸੀ ਇਹ ਗੁਰ ਕਹੈ ਸਭ ਦੇ ਇੱਕ ਟੋਲਾ ਡਿਸਕਸ ਕਰਨ ਲੱਗੇ ਹੈ। ਘੋਲੀ ਰਿਓ ਇਹ ਘੋਲੀ ਗੇਰੂ ਰੰਗ ਚੜਾ ਸੰਧੂਰੀ ਰੰਗ ਚੱਲ ਲਿਆ ਬਾਟਿਆ ਪਾ ਕੇ ਕੱਪੜੇ ਸਾਰੇ ਗੇਰੂ ਰੰਗ ਦੇ ਕਰਦੇ। ਗੇਰੂ ਰੰਗ ਉਹ ਹੁੰਦਾ ਜਿਹੜਾ ਅੰਮ੍ਰਿਤਸਰ ਮੱਥਾ ਟੇਕਣ ਜਾਓ ਨਾ ਤੁਹਾਨੂੰ ਸਰੋਪਾ ਰੰਗ ਦਾ ਮਿਲਦਾ। ਇਹ ਗੇਰੂ ਰੰਗ ਦੇ ਕੱਪੜੇ ਪਾ ਕੇ ਸਾਧੂਆਂ ਦੇ ਕੰਨਿਆਂ ਦਾ ਟੋਲਾ ਸੀ। ਉਹ ਤਾਂ ਸਾਨੂੰ ਗੁਰੂ ਘਰ ਨੂੰ ਮਾਣ ਮਿਲਦਾ ਸੀ ਰੱਖਣਾ, ਪਰ ਰੰਗ ਦੀ ਮੈਂ ਡੈਫੀਨੇਸ਼ਨ ਦਿੱਤੀ ਵੀ ਰੰਗ ਉਹੀ ਹੈ। ਸਾਨੂੰ ਸਰੋਪਾ ਜਾਂ ਸਾਡਾ ਰੰਗ ਜਿਹੜਾ ਸੀ ਉਹ ਗੇਰੂ, ਅਸੀਂ ਉਹਨੂੰ ਰੰਗ ਦੇ ਤੌਰ 'ਤੇ ਨਹੀਂ ਮੰਨਦੇ, ਪਰ ਸਾਧੂ ਜਿਹੜੇ ਹੈ ਗੇਰੂ ਰੰਗ ਦੇ ਕੱਪੜੇ ਪਾ ਕੇ ਵੀ ਸਾਡੇ ਮਨ ਨੂੰ ਵੀ ਰੰਗ ਚੜ੍ਹ ਗਿਆ। ਸਾਡੀ ਬਾਣੀ ਕਹਿੰਦੀ ਮਨ ਰੰਗ ਨੂੰ, ਜਿਹੜਾ ਮਨ ਨੂੰ ਰੰਗ ਚੜਾਉਣਾ ਉਹ ਤੂੰ ਕੱਪੜੇ ਪਾ ਕੇ ਨਹੀਂ ਚੜ੍ਹਨਾ। ਇਸ ਕਰਕੇ ਇਹ ਸਾਧੂ ਗੇਰੂ ਰੰਗ ਦੇ ਕੱਪੜੇ ਪਾ ਕੇ ਕਹਿੰਦੇ ਵੀ ਅਸੀਂ ਰੰਗੇ ਗਏ ਹਾਂ ਰੱਬ ਦੇ ਨਾਂ 'ਤੇ। ਇਹ ਘੋਲੀ ਗੇਰੂ ਰੰਗ ਚੜਾਇਆ, ਘੋਲੀ ਗੇਰੂ ਰੰਗ ਚੜਾਇਆ, ਵਸਤਰ ਭੇਖ ਭਾਰੀ ਕੀ ਹੈ। ਘਰ ਘਰ ਕੱਪੜੇ ਹੋ ਜੇ ਪਾ ਕੇ ਫਿਰ ਖੈਰ ਮੰਗਦੇ, ਭਿਖਿਆ ਮੰਗਦੇ ਆ। ਗੇਰੂ ਘੋਲੀ ਗੇਰੂ ਰੰਗ ਚੜਾਇਆ, ਇਹ ਵਸਤਰ ਭੇਖ ਭਿਖਾਰੀ। ਫਿਰ ਆਮ ਬੜੇ ਸੋਹਣਾ ਕੱਪੜਾ ਚੁੰਨੀ ਦੀ ਹੁੰਦੀ ਇੱਕ, ਉਹਨੂੰ ਪਾੜ ਕੇ ਫਿਰ ਉਹਦੀ ਗਲੀਤੀ ਬਣਾ ਲੈਂਦੇ ਸਾਧੂ ਹੈ। ਜਿੱਦਾਂ ਆਪਾਂ ਸਾਧੂਆਂ ਵਾਲੀ ਕਾਪੜ ਹਾਰੇ ਬਣਾਈ। ਆ ਖਿੰਥਾ ਹੈ ਜਿਹੜਾ ਜਪ ਚਾਹੁੰਦਾ, ਖਿੰਥਾ ਕਾਲ ਕੁਆਰੀ ਖਾਇਆ। ਕਹਿੰਦਾ ਸਾਧੂਆ ਖਿੰਥਾ ਕੀ ਖਾਇਆ? ਖਿੰਥਾ ਆਪਣੀ ਮੌਤ ਵਾਲੇ ਦੁਆਲੇ ਮੈਂ ਸਦਾ ਮਰਨਾ ਹੈ, ਆ ਖਿੰਥਾ ਹੈ। ਬਾਬੇ ਨਾਨਕ ਨੂੰ ਸਿਖਾਉਣਾ, ਇਹ ਸਾਧੂ ਬਾਬੇ ਨਾਨਕ ਨੂੰ ਪੁੱਛਦੇ ਸੀ ਬਾਬਾ ਤੇਰਾ ਖਿੰਥਾ ਕਿੱਥੇ ਹੈ, ਤੇਰਾ ਉਹ ਡੰਡਾ ਕਿੱਥੇ ਹੈ, ਸਾਰੇ ਵਿਸਾਚ ਤੂੰ ਕਾਹਦਾ ਤੂੰ ਨਵਾਂ ਹੀ ਆ ਗਿਆ। ਉਹ ਕਹਿੰਦਾ ਮੇਰੇ ਖਿੰਥਾ ਕਾਲ ਹੈ। ਖਿੰਥਾ ਕੀ ਹੈ ਕਿ ਮੈਂ ਸਦਾ ਹੀ ਮੌਤ ਯਾਦ ਰੱਖਦਾ, ਪਤਾ ਨਹੀਂ ਕਿਹੜੇ ਵੇਲੇ। ਜਿੱਦਾਂ ਖਿੰਥਾ ਉਹ ਅੰਬਲੇ ਲਪੇਟ ਕੇ ਅਸੀਂ ਰਹਿੰਦੇ ਹਾਂ, ਸਾਰੀ ਖਿੰਥਾ ਤੁਸੀਂ ਭੇਖ ਬਣਾਇਆ। ਮੈਂ ਕਾਲ ਮੇਰਾ ਨਾਮ ਮਰਨਾ, ਖਿੰਥਾ ਕਾਲ ਔਰ ਮੇਰੀ ਕਾਇਆ ਕੁਆਰੀ ਹੈ। ਕਾਇਆ ਕੁਆਰੀ ਕੀ ਹੈ ਵੀ ਮੈਂ ਗੁਨਾਹਾਂ ਤੋਂ ਪਾਕ ਰਹਿਣਾ, ਕਿਉਂਕਿ ਰੱਬ ਨਾਲ ਮੇਰੇ ਨਾਲ ਵਿਆਹ ਕਰਨਾ। ਉਹ ਜਿਹੜਾ ਗੰਦਾ ਬੰਦਾ ਹੋਵੇ ਉਹਦੇ ਨਾਲ ਵਿਆਹ ਨਹੀਂ ਰੱਬ ਕਰਦਾ, ਕੁਆਰੀ ਕਾਇਆ ਨਾ ਕਰਦਾ। ਖਿੰਥਾ ਕਾਲ ਕੁਆਰੀ ਕਾਇਆ ਅੱਗੇ ਜਪਦਾ ਗਿਆ ਨਾ, ਅਸੀਂ ਹੌਲੀ ਹੌਲੀ ਥਾਂਗੇ। ਪਹਿਲਾਂ ਇੱਥੇ ਖਿੰਥਾ ਡਿੱਕੇ ਆ ਗਿਆ। ਖਿੰਥਾ ਸਮਝ ਲਓ ਵੀ ਉਹ ਭੇਖ ਸੀ ਵੀ ਜਿਹੜੀ ਚੁੰਨੀ ਪਾੜ ਕੇ ਤੇ ਸਾਧੂ ਵਰਗਾ ਭੇਸ ਬਣਾ ਲੈਣਾ। ਕਾਪੜ ਭਾਰ ਬਣਾਈ, ਨਾਲ ਫਿਰ ਆਟਾ ਮੰਗਣ ਵਾਲੀ ਝੋਲੀ ਫੜ ਲਈ। ਝੋਲੀ ਮਾਇਆ ਆਵੇ ਹੋਰ ਗੱਲਾਂ ਸ਼ੈਤਾਨ ਬਈ ਮਾਇਆ, ਇਹ ਹੋਰ ਗੱਲਾਂ ਸ਼ੈਤਾਨ। ਇਹ ਘੋਲੀ ਗੇਰੂ ਰੰਗ ਚੜਾਇਆ, ਵਸਤਰ ਭਿਖਾਰੀ, ਇਹ ਕਾਪੜ ਭਾਰੀ ਬਣਾਈ। ਇਹ ਝੋਲੀ ਮਾਇਆ करे करे मांगे जग मरब, और घर घरे मांगते फिरते। झोली नाल सांगे एक निहंग से ना डांग दे अगे गुसली बधी, डांग दे अगे गुसली बधी, निहंगा ना फड़ लिया सिखा। वो सिख तो कभी मंगता नहीं है। और कहता किहड़ा मंगदा, मैं डांग दे जोर ना लेना। वो डांग अगे कर दिंदा सी, ओहदी झोली चों आटा पान डांग फिर ले। वो मंगते तो फिर भी
इस करके महाराज ने मंगना मना किया। महाराज का असूल है काल खाए नानक घरे घरे मांग जग पर मन अंधे पत्ते हार। तेरा मन ते अन्ना तू अपनी पत गवा गया। मान अंधे पत्ते हारी। फिर शब्द की सट मारी कहते हो शब्द जपन वाले ला पर में भुलाना शब्द इन्नी शब्द की वडाई गुरु नानक दे रहा। शब्द क्यों लिखा लिया? गुरमंत्र क्यों नहीं लिखिया? गुरमंत्र बामण ना बदनाम कर दिता सी। करना मना कर तू मेरे चेला तो मैं तेरा गुर। बामण गुरमंत्र दिंदा। हिंदू संत साडे भी गुरमंत्र आउंदा है। गुरमंत्र हीनस जो पुरानी त्रिगंत जन्म परस्ट ने जिन्हें अपने असी ज्यादा शब्द तां लिखे आ। इनका रेवोल्यूशनरी ज्ञान है। उन्होंने लफ्ज़ों के अगेंस्ट ऐसे लफ्ज लाया। महाराज ने गुरमंत्र के अगेंस्ट शब्द किया है ए पर में भुलाना शब्द शब्द भुलाना शब्द चूहे तो सारी हाली बाणी बाहर नहीं सी आई जदों का शब्द है। गुरु नानक वेले की शब्द की हिस्टरी देखनी कदों का शब्द है। बाकिया कह रहे तदे सिख नहीं सी उस वेले काम करते। बाणी तो आई नहीं सी बाहर इन्नी ना पौठाली ना इन्हों सारिया बाणी बाहर नहीं सी आई। गुरु अंगद साहब को पोथी सी वो भी सारा किते कोई सिख ज्ञान का शब्द और कोई रागी नहीं सी हुंदा। एक दो मरासी होंगे जिहड़े आन के राग च शब्द सुनाए जाते और सारी संगत का हाल महाराज आप अपनी ऑटोबायोग्राफी लिखते हैं। शब्द की है गुरु नानक की उन्होंने ऑटोबायोग्राफी है। कहानियां झूठियां है। वो की लिखते हैं भी संगत मेरे समाने किदा सी सिख सभा दिखिया का पाओ सिख सभा दिखिया का पाओ गुरमुखे सुनना साजा नानक आखन मेरा नाम जपदियां सी गुर सिख सभा दीखिया का। वो जरा दीखिया च गुरमंत्र मिलता सी उन्होंने चाह चढ़िया रहिंदा सी संगत नूं। तो महाराज इत्थे कहंदे पर में भुलाना शब्द ना कीने हे पर में भुलाना शब्द ना कीने जुए है डिस्कस करन लगे ने। अगली कैटागरी आई है अंतरे अग्नि ना धुर बिन बूझै। अंतरे अग्नि ना धुर बिन बूझै बाहर पूअर थापै। एडा टोला सी पिंडां च फिरदा कि सारी रात आन के पिंड च जिथे जोगी उतर जाते सी ये पूर तापदे सी। पूर कहते धूनी तपाउं। पूर कहते पो माघ का सियाला होना उन्होंने ना सारे पिंडां वालियां ने बेचारियां ने आदर ना सारियां पाथियां कट्ठियां करके पूर बाल देना। और जिहड़े जोगी हुंदे सी आले दुआले उहदी सुआह बाल के सारी सारी रात बैठे और गृहस्थियां ते छाए पे सी। बीबियां उन्हां दी सेवा और इनू पूर तापना कहंदे सी। असीं पिछलियां अमेरिका च दस आए हैं भी साडा नानक साडा नाना सी। वो कहते सारे एक 20 रुपए का धारीवाल का तंबल लिया के नहीं रात कट सकते। सारे पिंड का बालन फूक दिते आ इनकलाबी शब्द सी भी पूर तापन ना सारे पिंड दियां पाथियां सब बीबी लिया के जी साधियां ने धुआं लाया और मार और ज़्यादा काम ही बीबियां करदियां सी। तो वो जी मार जी पूर ताप रहे साधु बैठा सारा वो कहते 20 रुपए का कंबल लिया के रात नहीं कट सकते। महाराज की बाणी आउंदी है रोज़ आसा दी वार ती एन सपैरे
कपड़े न पहरे बाहर रहे बबाणी मड़ी मसाणी अंध न जाने फिर पछतानी सतगुर भेटे सोस पाए हर का। वो देखो भी एन पानी च मरदा तू कहर च मरदा रब दे च पाला तू कपड़ा लै ते गर्म पा। ऐसा साडा राजयोग है। इस करके वो सारे रास्ते कट्टे भरे आ जिहड़े वड्डे टोले सी जिहड़े हुण भी तुरे फिरदे आ। तो महाराज कहंदे है अंतरे अगन अंदर अग है तो बाहरली अग ना तू ठंडा नहीं हो जा। अंदर तेरी अगन है। इस करके अंतरे अग्नि ना दूर अंतरे अग्नि ना दूर बाहरे पूर गुर सेवा बिल भगत ना होई गुर सेवा बिल भगत ना गुरु नानक कहता मेरी सेवा करो। इस ज्ञान की सेवा की है। नाम हमारे गुर की से 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 गुर सेवा बिल भगत ना होई गुर सेवा बिल भगत ना होई क्यों कर गया किदा मैं अपने आप को रिकोगनाइज करा किदा पछाणा क्यों कर चीन निंदा कर कर गुरु नानक की निंदिया करती सी। इस राह चलण वाले सारिया गुरुआं की निंदिया इन्हां नाल ज़्यादा की जिहड़े आ टोले सी। कहते बाबा नानक से ये बेदी इन्हें अपने राह तोड़िया। कोई आखे भूतना कहे बेताला कोई आखे आदमी नानक विचारा। तो ये सारे टोले इस राह गुरु घर के रास्ते की निंदिया कर रहे सी।